की मोअज़्ज़ज़ ख़वातीन हज़रात, प्रोग्राम हस्बे हाल के साथ मैं हूं आपका मेज़बान अली मुमताज़। नाज़रीन, आइए गांव के चौधरी साहब के डेरे पर चलते हैं और देखते हैं कि वहां पर क्या हो रहा है। चौधरी साहब 100 ਗੱਲਾਂ ਦੀ ਇੱਕੋ ਹੀ ਗੱਲ, ਧੋਤੀ ਕੁੜਤੇ ਦੇ ਤੁਸੀਂ ਬਹੁਤ ਸਜਦੇ ਹੋ, ਲੇਕਿਨ ਤੁਸੀਂ ਕਿਤੇ ਪੈਂਟ ਸ਼ਰਟ ਪਾ ਲਓ ਨਾ ਤੇ ਤੁਸੀਂ ਬਹੁਤ ਹੀ ਪਿਆਰੇ ਲੱਗੋ। बहुत अच्छे तेरे सदके जावा। खुशामद दी भी वैसे कोई हद हुंदी है। तू ते सारियां लैना ही पार कर जाना खुशामद करदे आ। एक मशवरा देन दे कि टिचकर करन दे आ। पैंट शर्ट पा के चौधरी साहब वखरा ही तीले वाला बडावा बन जान। साडे कोल चौधरी साहब भुले ने सारी जिंदगी इकट्ठे ही कट छड्डी है, बल्कि इकट्ठे स्कूले भी जाते रहे आ। बिल्कुल ਮੈਨੂੰ ਚੰਗੀ ਤਰ੍ਹਾਂ ਯਾਦ ਹੈ ਨਿੱਕਿਆਂ ਹੁੰਦਿਆਂ ਜਦੋਂ ਸਕੂਲੇ ਚੌਧਰੀ ਸਾਹਿਬ ਨੇ ਨਿੱਕਰ ਤੇ ਸ਼ਰਟ ਪਾ ਕੇ ਜਾਣਾ ਤੇ ਨਿੱਕਰ ਚੋਂ ਚੌਧਰੀ ਸਾਹਿਬ ਦੀਆਂ ਲੱਤਾਂ ਨਿਕਲੀਆਂ ਹੋਣੀਆਂ। ਰੱਬ ਜਾਣਦਾ ਇੰਜ ਲੱਗਦਾ ਸੀ ਜਿਵੇਂ ਟੁੱਥ ਪਿਕਾਂ ਵਾਲੀ ਸ਼ੀਸ਼ੀ ਚੋਂ ਦੋ ਟੁੱਥ ਪਿਕਾਂ ਬਾਹਰ ਆਈਆਂ ਨੇ। ਉੱਥੇ ਬੜੀ ਚੰਗੀ ਤਰ੍ਹਾਂ ਮੈਨੂੰ ਯਾਦ ਹੈ, ਇੱਕ ਵਾਰੀ ਮਦਾਰੀ ਲੱਗੀ ਸਕੂਲੇ, ਉੱਥੇ ਆ ਗਿਆ ਉਹ ਪ੍ਰੋਫੈਸਰ ਮਦਾਰੀਗਰ, ਆਂਦਾ ਜੀ ਮੈਂ ਹੁਣ ਇੱਥੋਂ ਦੇਖਣਾ ਤੁਸੀਂ ਲੋਹੇ ਦੇ ਰਿੰਗ ਨੂੰ ਅੱਗ ਲਾ ਕੇ ਤੇ ਵਿੱਚੋਂ ਲੰਘ ਕੇ ਵਹਾਵਾਂਗਾ। ਮਾਰੀ ਉਹਨੇ ਛਾਲ ਅੱਗ ਦੇ ਕੜੇ ਚੋਂ ਲੰਘਿਆ, ਬੜੀਆਂ ਤੌੜੀਆਂ ਵੱਜੀਆਂ, ਬੜੀ ਲੋਕਾਂ ਦਾਤ ਦਿੱਤੀ। ਉੱਠੇ ਫਿਰ ਚੌਧਰੀ ਸਾਹਿਬ ਆਂਦੇ ਲੱਗਾ ਇਹ ਕਿਹੜਾ ਇਹਨੇ ਕੋਈ ਵੱਡਾ ਕੰਮ ਕਰ ਛੱਡਿਆ, ਐਡਾ ਮਾਰਕਾ ਮਾਰ ਲਿਆ। ਚੌਧਰੀ ਸਾਹਿਬ ਨੇ ਮਾਸਟਰ ਸਾਹਿਬ ਨੂੰ ਆਖਿਆ ਯਾਰ ਉਂਗਲ ਚੋਂ ਮੈਨੂੰ ਮੁੰਦਰੀ ਲਾ ਕੇ ਦਿਓ ਨਾ ਆਪਣੀ। ਮੁੰਦਰੀ ਲਾ ਕੇ ਫੜਾਈ ਹੈ ਮਾਸਟਰ ਉਹਨਾਂ ਤੇ ਲਾ ਕੇ ਜੁੱਤੀ, ਚੌਧਰੀ ਸਾਹਿਬ ਮਾਸਟਰ ਦੀ ਮੁੰਦਰੀ ਚ ਲੰਘ ਗਏ। ਮੈਂ ਆਨਾ ਸਾਰਾ ਸਕੂਲ ਦੰਗ ਰਹਿ ਗਿਆ ਕਿ ਬਾਈ ਬੱਲੇ 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 ਚੌਧਰੀਆਂ ਦਾ ਮੁੰਡਾ ਹੀ ਇਹ ਕੰਮ ਕਰ ਸਕਦਾ। ਤੈਨੂੰ ਮੇਰੇ ਇਹ ਕੰਮ ਯਾਦ ਹੈ ਜਿਹੜੇ ਸਕੂਲ 'ਚ ਸਭ ਤੋਂ ਬਹੁਤੇ ਨੰਬਰ ਲੈ ਕੇ ਪਾਸ ਹੁੰਦਾ ਸੀ, ਉਹ ਯਾਦ ਨਹੀਂ ਤੈਨੂੰ? ਅੱਛਾ ਚੌਧਰੀ ਸਾਹਿਬ ਨਿੱਕਰ ਸ਼ਰਟ ਵੀ ਪਾਉਂਦੇ ਰਹੇ ਹੋ? ਆ ਤੂੰ ਤੇ ਮੇਰੇ ਨਾਲ 6-7 ਸਾਲ ਨਿੱਕਾ, ਤੈਨੂੰ ਕੀ ਪਤਾ ਹੋਵੇ, ਤੂੰ ਐਵੇਂ ਨਾ ਇਹਨਾਂ ਗੱਲਾਂ 'ਚ ਪਿਆ ਕਰ। ਮੇਰੇ ਦੇ ਨਾਲ ਪੜ੍ਹਦੇ ਰਹੇ ਨੇ ਤੇ ਮੇਰੇ ਸਾਹਮਣੇ ਹੀ ਵੱਡੇ ਹੋਏ ਨੇ ਜਿੰਨੇ ਕੁ ਵੀ ਹੋਏ ਨੇ ਜੀ। ਮੇਰਾ ਮਤਲਬ ਆਪ ਭਾਵੇਂ ਨਹੀਂ ਵੱਡੇ ਹੋਏ, ਮੁੱਛਾਂ ਤੇ ਵੱਡੀਆਂ ਹੋਈਆਂ ਨਾ। ਹਾਂ ਵੇਖਿਆ ਚੌਧਰੀ ਸਾਹਿਬ ਨੂੰ ਨਿੱਕਰ ਪਾਇਆ ਵੀ, ਬਲਕਿ ਮੈਨੂੰ ਯਾਦ ਕੋ ਅਫਸਰ ਆਇਆ ਸੀ ਸਕੂਲ ਦੇ ਦੌਰੇ ਤੇ। ਚੌਧਰੀ ਹੋਰਾਂ ਨੇ ਜਦੋਂ ਵੇਖਿਆ ਨਿੱਕਰ ਪਾਇਆ ਤੇ ਉਹਨੇ ਕਿਹਾ ਬੇਟਾ ਅਗਰ तुम हमारे साथ इस्लामाबाद चलो तो वजीर आजम तुम्हें लेके तो अमेरिका और सऊदी अरब और दुबई के दौरे पे जाएगा। हेड मास्टर साहब ने पूछा जी वो क्यों जी, खैर आ? उन्हें कहा इहो जे बाल वहा के ते अमदाद बड़ी मिलती है। उत्थे वजीर आजम साहब उन्होंने दसणगे कि वेखो जरा जे साडे मुल्क दे विच चौधरीਆਂ ਦੀ ਇਹ ਹਾਲਤ ਤੇ ਆਮ ਬੰਦਾ ਤੇ ਵਿਚਾਰਾ ਬਿਲਕੁਲ ਹੀ ਮਰਨ ਵਾਲਾ ਹੋਇਆ। ਨਿਆਮਿਆ ਕਿੱਦਾਂ ਦੀ ਫਜ਼ੂਲ ਗੱਲ ਕਰਨ ਦੇ ਆ। ਇਹ ਤਾਂ ਚੁਦਰਾਹਟ ਦਾ ਭਾਰ ਮੇਰੇ ਮੋਢਿਆਂ ਤੇ ਆਇਆ ਤੇ ਮੇਰੀ ਸਿਹਤ ਇਦਾਂ ਦੀ ਹੋ ਗਈ ਹੈ। ਵਰਨਾ ਬਚਪਨ 'ਚ ਤਾਂ ਮੈਂ ਬੜਾ ਗੋਲੂ ਮੋਲੂ ਹੁੰਦਾ ਸੀਗਾ। ਭਾ ਇਹ ਆਖਣਾ ਕਿ ਚੌਧਰੀ ਸਾਹਿਬ ਬੜੇ ਸਮਾਰਟ ਹੁੰਦੇ ਸਨ। ਚੱਲ ਤੂੰ ਇੰਜ ਕਹਿ ਲੈ, ਤੂੰ ਚੌਧਰੀ ਰਾਜੀ ਜੂ ਰੱਖਣਾ ਹੁੰਦਾ ਤੇ ਸਾਡੇ ਤੇ ਯਾਰ ਬੇਲੀ ਵੀ ਨੇ ਹਾਂ ਤੇ ਸਿੱਧੀ ਗੱਲ ਕਰਨੀ ਹੁੰਦੀ ਹੈ। ਮਾੜ ਤੇ ਅਲੀ ਸਾਹਿਬ ਏਡੇ ਹੁੰਦੇ ਹਨ ਚੌਧਰੀ ਸਾਹਿਬ। ਅੱਜ ਜਦੋਂ ਸਕੂਲ ਦਾ ਯੂਨੀਫਾਰਮ ਪਾਣਾ ਨਾ ਜੀ ਤੇ ਚੌਧਰੀ ਸਾਹਿਬ ਨੇ ਨਿੱਕਰ 'ਚ ਇੱਕ ਮੋਰੀ ਵਾਲੀ ਬੈਲਟ ਪਾਣੀ। ਆ ਬੈਲਟ ਦੇ ਕਲੰਪ ਦੇ ਨਾਲ ਇੱਕੋ ਮੋਰੀ ਹੁੰਦੀ ਸੀ ਤੇ ਅੱਗੋਂ ਬੈਲਟ ਮੁੱਕ ਜਾਂਦੀ ਸੀ। अस्सलाम वालेकुम चौधरी साहब। ਵਾਲੇਕਮ ਸਲਾਮ। ਸਦਕੇ ਜਾਵਾ। ਲਓ ਚਾਚਿਓ ਤੁਸੀਂ ਇੱਥੇ ਬੈਠੇ ਹੋ, ਮੈਂ ਤੇ ਤੁਹਾਨੂੰ ਸਾਰਾ ਪਿੰਡ ਚ ਲੱਭ ਆਇਆ ਵੀ ਚਾਚਾ ਕਿੱਥੇ ਆ। ਬਸ ਸਦਕੇ ਜਾਵਾਂ, ਤੂੰ ਮੌਲੇ ਜੱਟ ਦੀ ਭਰਜਾਈ ਅੰਗਰ ਇੱਕ ਵਾਰੀ ਆਵਾਜ਼ ਤੇ ਕੱਢਿਆ ਕਰ ਚਾਚਾ, ਵੇਖ ਮੈਂ ਕਿਵੇਂ ਉੱਡਦਾ ਹੁੰਦਾ। ਚਾਚਾ ਇੱਕੋ ਪਰ ਨਹੀਂ ਉੜਦਾ ਹੈਗਾ। ਉਹ ਪੁੱਤਰ ਐਵੇਂ ਗੱਲ ਕਰਨ ਦੇ ਆ, ਮੈਂ ਮੇਰੀ ਜਾਨ, ਮੈਂ ਤੂੰ ਇੱਕ ਵਾਰੀ ਬੁਲਾ ਤੇ ਸਹੀ। ਮੈਨੂੰ ਤੇਰੇ ਨਾਲ ਬਹੁਤਾ ਕੌਣ ਅਜ਼ੀਜ਼ ਹੀ ਇੱਥੇ। ਮੈਂ ਮੌਲੇ ਜੱਟ ਦੀ ਭਾਬੀ ਵਾਂਗੂ ਨਹੀਂ ਲੜਾਈ ਨਹੀਂ ਕਰਾਉਣੀ ਤੇਰੀ ਚਾਚਾ। ਉਹ ਤੇ ਆਂਦੀ ਸੀ ਵੀ ਮੌਲਿਆ ਆ ਕੇ ਫੜ ਲੈ ਇਹਨਾਂ ਨੂੰ। ਮੈਂ ਤੇ ਜਦੋਂ ਆਵਾਜ਼ ਦਊਂ ਚਾਚਾ ਤੈਨੂੰ, ਚਾਚਾ ਜੀ ਆ ਜਾਓ ਲੱਸੀ ਪੀ ਲੋ, ਤੁਹਾਡੀ ਖਿਦਮਤ ਕਰਾਂ, ਮੈਂ ਤੇ ਇਹ ਚਾਹੁੰਦਾ ਚਾਚਾ। ਅੱਗੇ ਨਹੀਂ ਉਹਦੇ ਕੋਲ ਤੁਰਿਆ ਜਾਂਦਾ ਤੇ ਉੱਤੋਂ ਪਿਆ ਉਹਨੂੰ ਹੋਰ ਲੱਸੀਆਂ। ਆਹੋ ਮੁਹੱਬਤ ਜੀ ਹੋਈ, ਚੰਗਾ ਏ ਰਾਣਾ ਸਾਹਿਬ,
ਮੁਹੱਬਤ ਕਰਦਾ ਏ ਤੇ ਦਿਲੋਂ ਕਰਦਾ ਆ ਇਹਦੇ ਅਗਰ ਨਾ ਮੁਰਾਦ ਅੰਗਰ ਨਹੀਂ ਮੁਨਾਫਕਤ ਨਹੀਂ ਕਰਦਾ ਦੇਖੋ ਨਾ ਜਰਾ ਚੌਧਰੀ ਸਾਹਿਬ ਨੂੰ ਕਹਿਣ ਡਿਆ ਜੀ ਧੋਤੀ ਕੁੜਤਾ ਤੁਸੀਂ ਪਾਇਆ ਤੇ ਬੜਾ ਵਧੀਆ ਲੱਗਾ ਤੇ ਤੁਸੀਂ ਪੈਂਟ ਸ਼ਰਟ ਵੀ ਪਾਓਗੇ ਤੇ ਤੁਹਾਨੂੰ ਬੜੀ ਵਧੀਆ ਲੱਗੇਗੀ ਉਹ ਖੁਦਾ ਦਾ ਵਾਸਤਾ ਜੀ ਅੱਗੇ ਕੀ ਰਹਿ ਗਿਆ ਪਿੰਡਾਂ 'ਚ ਹੈ ਸਭ ਕੁਝ ਬਦਲੀ ਜਾਂਦੇ ਹੋ ਉਹ ਪਿੰਡ ਹੀ ਸਾਡੀ ਪਛਾਣ ਆ ਕਿਉਂ ਚਾਚਾ ਜੀ ਮੈਂ ਆਨਾ ਜੀ ਅਲੀ ਸਾਹਿਬ ਇਹੋ ਜਿਹਾ ਰਵਾਇਤਾਂ 'ਚ ਗੁੱਝੇ ਆ ਪਿੰਡ ਹੁੰਦਾ ਸੀ ਰੱਬ ਜਾਣਦਾ ਜੀ ਆ ਪੈਂਟ ਪਾ ਕੇ ਕਿਸੇ ਪਿੰਡ 'ਚ ਆਉਣਾ ਤੇ ਉਹਨੂੰ ਕੁੱਤੇ ਪੈ ਜਾਣੇ ਨਾ ਪਿੰਡ ਵਰਗੀ ਖੁਰਾਕ ਲੱਭਣੀ ਕਿਤੋਂ ਨਾ ਪਿੰਡ ਵਰਗਾ ਅਖਲਾਕ ਲੱਭਣਾ ਕਿਤੋਂ ਹੁਣ ਜਦੋਂ ਦਾ ਪਿੰਡਾਂ 'ਚ ਵੀ ਪਤਲੂਨਾ ਚਾੜ ਲਈਆਂ ਨੇ ਬਾਲਾਂ ਨੇ ਤੇ ਹੁਣ ਕੋ ਧੋਤੀ ਕੁੜਤੇ ਵਾਲਾ ਵੇਖਣ ਤੇ ਕੁੱਤੇ ਪੈ ਜਾਂਦੇ ਆ ਜਾਣਦੇ ਚੌਧਰੀ ਸਾਹਿਬ ਨੇ ਮੈਨੂੰ ਸ਼ਹਿਰ ਦੀਆਂ ਫੋਟੋਆਂ ਵਿਖਾਈਆਂ ਨੇ ਚੌਧਰੀ ਸਾਹਿਬ ਧੋਤੀ ਕੁੜਤਾ ਇੱਥੇ ਹੀ ਪਾਉਂਦੇ ਨੇ ਸ਼ਹਿਰ ਜਾਂਦੇ ਨੇ ਤੇ ਫੁੱਲ ਬਾਊ ਬਣ ਕੇ ਫਿਰਨ ਡਏ ਹੁੰਦੇ ਨੇ ਇਹ ਕੌਣ ਸ਼ਹਿਰ ਜਾ ਰਿਹਾ ਹੈ? अस्सलाम वालेकुम चौधरी साहब। ਵਾਲੇਕਮ ਸਲਾਮ ਵਾਲੇਕੁਮ ਸਲਾਮ ਜੀ ਖੈਰ ਹੈ ਤੂੰ ਸ਼ਹਿਰ ਦਾ ਪੁੱਛ ਰਿਹਾ ਸ਼ਜਾਦੂ ਉਹ ਚੌਧਰੀ ਸਾਹਿਬ ਜ਼ਰਾ ਮੋਬਾਈਲ ਦਾ ਚਾਰਜਰ ਮੰਗਵਾਉਣਾ ਸੀ। ਉਹ ਜੇ ਵਾਕਈ ਕੋਈ ਸ਼ਹਿਰ ਚੱਲਾ ਤੇ ਮੈਂ ਫਿਰ ਕਾਲੇ ਸ਼ੀਸ਼ੇ ਵਾਲੀ ਐਨਕ ਮੰਗਾ ਲਵਾਂ ਕਰ ਲੋ ਰਾਣੇ ਦੀਆਂ ਰੀਸਾਂ ਉਹ ਲਾ ਲੋ ਕਾਲੇ ਸ਼ੀਸ਼ਿਆਂ ਵਾਲੀਆਂ ਐਨਕਾਂ ਪਰ ਮੇਰੀ ਇੱਕ ਗੱਲ ਯਾਦ ਰੱਖਣਾ ਉਹ ਕਾਲੇ ਸ਼ੀਸ਼ਿਆਂ ਵਾਲੀ ਐਨਕ ਉਹਨੂੰ ਹੀ ਸਾਈਦੀ ਆ ਜਿਹਦਾ ਆਪਣਾ ਸ਼ੀਸ਼ੇ ਵਰਗਾ ਰੰਗ ਹੋਵੇ ਕੇ ਜਾਵਾਂ ਪੁੱਤਰ ਬਾ ਇੱਥੇ ਪਿੰਡ 'ਚ ਸਾਰੇ ਮੁੰਡੇ ਰਾਣਾ ਸਾਹਿਬ ਦੀ ਬਰਾਬਰੀ ਕਰਨ ਰਹੇ ਆ ਹੋਰ ਰਾਣਾ ਤੂੰ ਤੇ ਰਾਤੀ ਵੀ ਲਾਈ ਫਿਰਨਾ ਕਾਲੀ ਐਨਕ ਮੈਂ ਤੇ ਧੋਪੇ ਚ ਲਾਣ ਵਾਸਤੇ ਮੰਗਾਉਣ ਲੱਗਾ ਚਲੋ ਧੁੱਪ ਛਾਂ ਦਾ ਬਹਾਨਾ ਪਾ ਕੇ ਤੇ ਲਾਓ ਕਾਲੀਆਂ ਐਨਕਾਂ ਕਰੋ ਰਾਣਾ ਸਾਹਿਬ ਦੀ ਬਰਾਬਰੀ ਉਹ ਚਾਚਾ ਇਹਨਾਂ ਨੇ ਕੀ ਕਰਨੀ ਮੇਰੀ ਬਰਾਬਰੀ ਆਹਾ ਇਹ ਤੇ ਜਿਹੜਾ ਮੇਰੀ ਦੁਕਾਨ ਤੋਂ ਸਮਾਨ ਲਿਆਏ ਨੇ ਉਹਦੀ ਦੂਜੀ ਤੋਂ ਤੀਜੀ ਕਿਸ਼ਤ ਤੇਰੇ ਕੋਲ ਦਿੱਤੀ ਨਹੀਂ ਜਾਂਦੀ ਉਹ ਦੇ ਦੇਾਂਗੇ ਕਿਸ਼ਤ 4 दिन लेट की होगी है ਥਾਂ ਥਾਂ ਤੇ ਬੈ ਕੇ ਗੱਲਾਂ ਸ਼ੁਰੂ ਕਰ ਦਿੱਤੀਆਂ ਨੇ। अच्छा जी, ये किस्तों का कारोबार क्या आप गांव तक पहुंच गया? ਆਹੋ ਜੀ ਪਹੁੰਚਾਇਆ ਰਾਣਾ ਸਾਹਿਬ ਨੇ ਆਪ ਮਿਹਨਤ ਕੀਤੀ ਇਹੋ ਜਿਹੀ ਕਿ ਰੱਬ ਜਾਣਦਾ ਨੇ ਸਾਰੇ ਪਿੰਡ ਨੇ ਮੂੰਹ ਚੁੰਗਲਾਂ ਲੈ ਲਈਆਂ ਜਾ ਕੇ ਸਿਰੇ ਸਰਗੀ ਵਾਲੇ ਖੋਲਦੇ ਨੇ ਦੁਕਾਨ ਸਾਰੀ ਦੁਕਾਨ ਤੇ ਪਹਿਲੇ ਆਪ ਟਾਕੀ ਮਾਰਦੇ ਨੇ ਕੱਪੜਾ ਮਾਰ ਕੇ ਇੱਕ ਇੱਕ ਸ਼ੈ ਚਮਕਾਉਂਦੇ ਨੇ ਫਿਰ ਦੁਕਾਨ ਦੇ ਫਰਸ਼ ਤੇ ਗਿੱਲੀ ਟਾਕੀ ਫੇਰਦੇ ਨੇ ਪੂਰਾ ਜਦੋਂ ਚਮਕ ਜਾਂਦਾ ਫਿਰ ਦੁਕਾਨ ਬੰਦ ਕਰਕੇ ਵਾਪਸ ਘਰ ਆਉਂਦੇ ਨੇ ਤੇ ਨਹਾ ਧੋ ਕੇ ਫਿਰ ਜਾਂਦੇ ਨੇ ਫਿਰ ਖੋਲਦੇ ਨੇ ਦੁਕਾਨ ਇੰਨੀ ਦੇਰ ਨੂੰ ਫਿਰ ਘੱਟਾ ਮਿੱਟੀ ਅੰਦਰ ਵੜ ਗਿਆ ਹੁੰਦਾ ਫਿਰ ਸਾਰੀ ਦੁਕਾਨ ਸਾਫ਼ ਕਰਦੇ ਨੇ ਫਿਰ ਬੰਦ ਕਰਕੇ ਵਾਪਸ ਆਉਂਦੇ ਨੇ ਰੱਬ ਜਾਣਦਾ ਮੈਂ ਸਮਝਾਇਆ ਮੈਂ ਕਿਹਾ ਰਾਣਾ ਸਾਹਿਬ ਜਾਣਦੇ ਹੋ ਤੁਸੀਂ ਬਸ ਦੁਕਾਨ 'ਚ ਚਮਕਾ ਛੱਡੀ ਤੇ ਆਪ ਬਵੋ ਉੱਥੇ ਐਡਾ ਕਿਹੜਾ ਜ਼ਰੂਰੀ ਹੈ ਤੁਹਾਡਾ ਨਹਾਣਾ ਧੋਣਾ ਦੁਕਾਨ ਚਮਕਣ ਡਈ ਹੋਵੇ ਤੇ ਦੁਕਾਨਦਾਰ ਵਾਲਾ ਕੌਣ ਵਹਿੰਦਾ ਜੇ नहीं तो क्या दुकान साफ करके घर आते हैं तैयार होने के लिए तो इतने में दुकान गंदी हो जाती है? ਓਏ ਆਹੋ ਅਲੀ ਮੁਮਤਾਜ਼ ਸਾਹਿਬ ਪਿੰਡ ਥਾਂ ਕੱਚਾ ਪਿਆ ਇੱਕ ਮੋਟਰਸਾਈਕਲ ਲੰਘੇ ਤੇ ਇਹੋ ਜਿਹਾ ਘੱਟਾ ਉੱਡਦਾ ਏ ਕਿ ਦੁਕਾਨ ਦੀਆਂ ਨਾਸਾਂ ਤੱਕ ਵੜ ਜਾਂਦਾ ਹੈ। ਉੱਥੇ ਤੇ ਇੰਨੀ ਮਿੱਟੀ ਜੇ 3-4 ਮੋਟਰਸਾਈਕਲ ਇਕੱਠੇ ਲੰਘਣ ਨਾ ਜੀ ਤੇ ਇੰਜ ਹਨੇਰੀਆਂ ਚੱਲਦੀਆਂ ਨੇ ਰਾਣਾ ਸਾਹਿਬ ਤੇ ਫਟਾਫਟ ਦੁਕਾਨ ਦਾ ਸ਼ਟਰ ਥੱਲੇ ਸੁੱਟ ਲੈਂਦੇ ਨੇ ਕਿਤੇ ਡਕੈਤੀ ਨਾ ਹੋ ਜਾਵੇ। ਮੋਟਰਸਾਈਕਲਾਂ ਨੂੰ ਕਿਸੇ ਵੇਲੇ ਮੈਂ ਬਰਦਾਸ਼ਤ ਕਰ ਲੈਣਾ ਚਾਚਾ 150 ਤੇ ਡੰਗਰ ਲੰਘਦਾ ਮੇਰੀ ਦੁਕਾਨ ਅੱਗੋਂ ਤੇ 50 ਕੁ ਖੋਤੇ ਲੰਘਦੇ ਆ ਉੱਤੋਂ ਆ ਜਿਹੜੀ ਦੁਕਾਨ ਹੈ ਨਾ ਜੀ ਇਲੈਕਟ੍ਰਿਕ ਦੀ ਇਲੈਕਟ੍ਰਾਨ ਨਾਨ ਆਹ ਪੁੱਤਰ ਉਹੀ ਇਲੈਕਟ੍ਰਾਨ ਇਹ ਤੁਹਾਡੇ ਕੋ ਨਾਂ ਨਹੀਂ ਲਿਆ ਜਾਂਦਾ ਭਾ ਤੇ ਕੋਈ ਪੜਿਆ ਲਿਖਿਆ ਬੰਦਾ ਰੱਖ ਲਵੋ ਓਏ ਏਡੀ ਗੱਲ ਨਹੀਂ ਆਹ ਖੋਲੀਏ ਤੇ ਨਾ ਸਾਨੂੰ ਨਹੀਂ ਯਾਦ ਹੋਣਾ ਰੱਖ ਲੈ ਕਾਰੋਬਾਰ ਖੋਲਿਆ ਤੇ ਬੰਦਾ ਵੀ ਰੱਖ ਲਾਂਗੇ ਬੰਦੇ ਸਾਡੇ ਕੋਲ ਭੁੱਲੇ ਕੋਈ ਇਲੈਕਟ੍ਰਿਕ ਦੀ ਦੁਕਾਨ ਖੋਲੀ ਹੈ ਨਾ ਜੀ ਇਹ ਜਿਹੜੀ ਸਮਾਨ ਦੀ ਇਹਦੇ 'ਚ ਜਰਾ ਤਿਆਤ ਕਰਨੀ ਪੈਂਦੀ ਬਿਜਲੀ ਵਾਲਾ ਸਮਾਨ ਬਿਜਲੀ ਨਾਲ ਚੱਲਣ ਵਾਲਾ ਤੇ ਇਹਦੇ 'ਚ ਫਿਰ ਵੇਖਣਾ ਪੈਂਦਾ ਨਾ ਕਿ ਮਿੱਟੀ ਘਟਾ ਨਾ ਅੰਦਰ ਆਵੇ ਤੇ ਸਮਾਨ ਲੈ ਗਏ ਜੇ ਰਾਣਾ ਸਾਹਿਬ ਕੋਲੋਂ ਤੇ ਕਿਸ਼ਤ ਦਿੱਤੀ ਨਹੀਂ ਜਾਂਦੀ ਤੇ ਫਿਰ ਆ ਕੇ ਰਾਣਾ ਸਾਹਿਬ ਦੇ ਕਰਦੇ ਨੇ ਤਰਲੇ ਇਹ ਹੀ ਤਾਂ ਵਾਧਾ ਜੇ ਜਿਹੜੇ ਬੰਦੇ ਕੋਲੋਂ ਪਿੰਡ 'ਚ ਕਿਸ਼ਤ ਨਾ ਦਿੱਤੀ ਜਾਵੇ ਫਿਰ ਉਹ ਰਾਣਾ ਸਾਹਿਬ ਨੂੰ ਕਹਿੰਦਾ ਰਾਣਾ ਸਾਹਿਬ ਇਹ ਬਾਊ ਵਾਲੀ ਜੀ ਬਾਕੀ ਕਿਸ਼ਤਾਂ ਲੈ ਤੇ ਗਰੰਟੀ ਤੇ ਤੌਰ ਤੇ ਲੈਂਦੇ ਆ ਨਾ ਗਾਹ ਕੋਲੋਂ ਚੈੱਕ ਰਾਣੇ ਕੋਲ ਗਾਹਕ ਆਇਆ ਹੋਵੇ ਤੇ ਉਹਦੀ ਜੁੱਤੀ ਦਾ ਇੱਕ ਪੈਰ ਰੱਖ ਲੈਂਦਾ ਦੰਦ ਨਾ ਕੱਢੋ ਏਡੇ ਡਰੋ ਉਸ ਵੇਲੇ ਤੋਂ ਜਦੋਂ ਮੈਂ ਤੁਹਾਨੂੰ ਨੰਗੇ ਪੈਰੀ ਕਰਨਾ
ਉਹ ਕਹਿ ਜੋ ਦਿੱਤਾ ਅਛੂ ਕੇ ਦੇ ਦੇਾਂਗੇ ਕਿਸ਼ਤ। ਆ ਕਹਿ ਜੂ ਰਹੇ ਆ, ਅੱਛੂ ਦੇ ਦੇਣਗੇ। ਉਹ ਕਿਹੜਾ ਪਿੰਡ ਛੱਡ ਕੇ ਦੌੜ ਚੱਲੇ ਆ। ਹਾਏ ਚੌਧਰੀ ਜੀ ਤੁਸੀਂ ਤਾਂ ਚੌਧਰੀ, ਤੁਹਾਡਾ ਬੜਾ ਨਾਂ ਹੈ। ਮੈਂ ਤੇ ਇਹਨਾਂ ਨੂੰ ਸਮਾਨ ਦੇਣ ਦੇ ਹੱਕ 'ਚ ਨਹੀਂ ਹਾਂ। ਇਹ ਤਾਂ ਤੁਹਾਡਾ ਸ਼ਨਾਖਤੀ ਕਾਰਡ ਲਿਆਇਆ ਤੇ ਮੈਂ ਤੁਹਾਡੇ ਸ਼ਨਾਖਤੀ ਕਾਰਡ ਦੀ ਜ਼ਮਾਨਤ ਤੇ ਇਹਨਾਂ ਨੂੰ ਸਮਾਨ ਦਿੱਤਾ। ਬਾਲਾ ਜਿਹੜਾ ਇਹ ਲਿਆਇਆ 40 ਇੰਚ ਦੀ LED। ਆ ਸ਼ਹਜ਼ਾਦ ਮੇਰੇ ਕੋਲ ਟੱਚ ਫੋਨ ਲਿਆਇਆ। ਪਰ ਰਾਣਾ, ਮੈਂ ਤਾਂ ਇਹਨਾਂ ਨੂੰ ਸ਼ਨਾਖਤੀ ਕਾਰਡ ਦਿੱਤਾ ਹੀ ਨਹੀਂ, ਤੇ ਇਹਨਾਂ ਨੇ ਕਾਪੀ ਤੈਨੂੰ ਕਿੱਦਾਂ ਦੇ ਕੇ ਤੇ ਚੀਜ਼ਾਂ ਲੈ ਲਈਆਂ ਯਾਰ। ਚੌਰੀ ਸਾਹਿਬ, ਇਹ ਤੇ ਹੁਣ ਤੁਹਾਨੂੰ ਹੀ ਪੁੱਛਣਾ ਚਾਹੀਦਾ ਇਹਨਾਂ ਕੋਲ ਕਿੱਥੋਂ ਆਈ ਤੁਹਾਡੇ ਸ਼ਨਾਖਤੀ ਕਾਰਡ ਦੀ ਕਾਪੀ। ਮੈਨੂੰ ਆਪ ਰਾਣਾ ਸਾਹਿਬ ਨੇ ਵਹਾਇਆ, ਮੈਂ ਪੜਿਆ, ਉੱਤੇ ਤੁਹਾਡਾ ਨਾਂ ਲਿਖਿਆ ਬਕਾਇਦਾ। ਹਾਏ ਤੁਹਾਡੀ ਮੈਂ ਆਪ ਫੋਟੋ ਵੀ ਵੇਖੀ ਹੈ ਮੋਟੀ ਐਨਕ ਲਾ ਕੇ, बल्कि उत्ते मैं शनाख्ती अलामत भी आप पढ़ी है, गर्दन के ऊपर मुंह का निशान। ਬਾਲਿਆ ਜਿਹੜੇ ਮੈਂ ਦਿੱਤੇ ਸੀ ਤੈਨੂੰ ਕਾਗਜ਼ਾਤ ਕੇ ਇਹਨਾਂ ਦੀ ਫੋਟੋਕਾਪੀ ਕਰਾ ਕੇ ਲਿਆ, ਉਹ ਵਿੱਚੋਂ ਮੇਰੇ ਸ਼ਨਾਖਤੀ ਕਾਰਡ ਦੀ ਫੋਟੋਕਾਪੀ ਵੀ ਕਾਪੀ ਕਰਾ ਲਈ ਓਏ। ਉਹ ਚੌਰੀ ਸਾਹਿਬ ਕਾਪੀ ਲਈ ਹੈ, ਕੋਈ ਚੋਰੀ ਤੇ ਨਹੀਂ ਕੀਤੀ। ਰਾਣੇ ਨੂੰ ਕਿਸੇ ਮੁਅੱਜ਼ਜ਼ ਬੰਦੇ ਦੀ ਜ਼ਮਾਨਤ ਚਾਹੀਦੀ ਸੀ। ਜੇ ਪਿੰਡ 'ਚ ਤੁਹਾਡੇ ਨਾਲੋਂ ਬਹੁਤਾ ਕੋਈ ਮੁਅੱਜ਼ਜ਼ ਹੈ ਤਾਂ ਦੱਸੋ, ਅਸੀਂ ਉਹਦੀ ਕਾਪੀ ਦੇ ਦਿੰਦੇ ਆ। ਓਏ ਆਪਣਾ ਪਿੰਡ ਤੇ ਛੱਡੋ, ਆਲੇ ਦੁਆਲੇ ਦੇ 7 ਪਿੰਡਾਂ 'ਚ ਵੀ ਚੌਧਰੀ ਸਾਹਿਬ ਵਰਗਾ ਮੁਅੱਜ਼ਜ਼ ਬੰਦਾ ਨਹੀਂ ਹੈਗਾ। ਹਾਏ ਆ ਚਲੋ ਠੀਕ ਹੈ, ਅਗਰ ਤੁਸੀਂ ਕਾਪੀ ਰੱਖ ਹੀ ਲਈ ਹੈ ਤਾਂ ਫਿਰ ਰਾਣਾ ਸਾਹਿਬ ਨੂੰ ਟਾਈਮ ਸਿਰ ਕਿਸ਼ਤ ਦੇਣੀ ਹੈ। ਭਲਾ ਵੇ ਚੌਰੀ ਤੁਹਾਡਾ, ਤੇ ਇਹਨਾਂ ਨੂੰ ਇਹ ਵੀ ਦੱਸ ਦਿਓ ਭਈ 10 ਤਰੀਕ ਨੂੰ ਮੈਨੂੰ ਕਿਸ਼ਤ ਨਾ ਦਿੱਤੀ ਤੇ ਮੈਂ 11 ਤਰੀਕ ਨੂੰ ਫਿਰ ਜਾਣਾ ਇਹਨਾਂ ਦੇ ਬੂਹੇ ਤੇ ਝੋਲੀਆਂ ਚੁੱਕ ਚੁੱਕ ਕੇ ਬਦਦੁਆਵਾਂ ਦੇਣੀਆਂ ਇਹਨਾਂ ਨੂੰ। ਇਹੋ ਜਿਹੀਆਂ ਬਦਦੁਆਵਾਂ ਵੀ ਇਹਨਾਂ ਸੁਣੀਆਂ ਨਹੀਂ ਹੋਣੀਆਂ ਕਦੀ। यार मैं तो डर ही गया था कि राणा साहब उनके दरवाजे के आगे जाके कहीं फायरिंग ना कर दें। ਉਹ ਬਾਊ ਜੀ ਫਾਇਰਿੰਗ ਨਾਲ ਤਾਂ ਬੰਦਾ ਬਚ ਵੀ ਜਾਂਦਾ, ਝੋਲੀ ਚੁੱਕ ਕੇ ਬਦਦੁਆ ਦਿੱਤੀ ਹੋਵੇ ਤਾਂ ਬੰਦਾ ਨਹੀਂ ਬਚਦਾ। नहीं 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 राणा साहब, बस बस बस, आप क्यों नहीं दे रहे जी इन्हें टाइम से किस्त? ਅਲੀ ਸਾਹਿਬ ਦੇ ਦਿੰਦੇ ਆ ਕਿਸ਼ਤ, ਮੈਂ ਕੋਈ ਜਾਣ ਕੇ ਨਹੀਂ ਲੇਟ ਕਰਨ ਡਿਆ। ਵਿਚਲੀ ਗੱਲ ਤੇ ਇਹਨੇ ਤੁਹਾਨੂੰ ਦੱਸੀ ਨਹੀਂ। ਮੈਂ ਇਹਨੂੰ ਕਿਹਾ ਸੀ ਬ੍ਰਾਂਡਡ LED ਦੇ ਸਾਨੂੰ ਕੋਈ, ਇਹਨੇ ਸਾਨੂੰ ਚੈਨਾ ਦੀ ਚਕਾਤੀ ਹੈ ਔਰ ਹਲੇ ਤੱਕ ਰਿਮੋਟ ਵੀ ਨਹੀਂ ਦਿੱਤਾ। ਓਏ ਆਹੋ, ਤੇ ਰਾਣਾ ਸਾਹਿਬ ਨੇ ਕਿਹੜਾ ਤੇਰੀਆਂ ਅੱਖਾਂ 'ਚ ਮਿੱਟੀ ਪਾ ਕੇ ਤੈਨੂੰ LED ਚਕਾਤੀ ਏ। ਉੱਥੇ ਵੇਖ ਕੇ ਹੀ ਤੂੰ ਖੜੀ ਏ। ਹੁਣ ਤੇ ਸਾਰੀਆਂ ਹੀ ਬ੍ਰਾਂਡ ਕੀ ਤੇ ਫਲਾਣ ਕੀ ਤੇ ਧਮਕਾਣ ਕੀ ਚਾਣਾ ਤੋਂ ਹੀ ਆਉਣ ਡਈਆਂ ਨੇ। ਉਹ ਚਾਚਾ ਜੀ, ਉੱਤੇ ਡੱਬਾ ਪੈਕਿੰਗ ਜਿਹੜੀ ਹੈ ਉਹ ਬ੍ਰਾਂਡਡ ਸੀ, ਵਿੱਚੋਂ ਚੈਨਾ ਦੀ ਨਿਕਲ ਆਈ ਹੈ। ਓਏ ਆਹੋ ਪੁੱਤਰ, ਹੁਣ ਬਾਹਰੋਂ ਸਾਰੀਆਂ ਬ੍ਰਾਂਡਡ ਹੀ ਹੁੰਦੀਆਂ ਨੇ, ਬਣਦੀਆਂ ਚਾਈਨਾ 'ਚ ਹੀ ਨੇ। ਚਾਈਨਾ ਦੀ LED ਲੈ ਕੇ ਤਾਂ ਖੁਸ਼ ਹੋਵੋ, ਦੋਸਤ ਮੁੱਲ ਗਿਆ ਸਾਡਾ ਚਾਈਨਾ। ਅੱਛਾ ਜੀ ਚਾਚਾ ਜੀ, ਇਹਦੇ ਕੋਲੋਂ ਇਹ ਪੁੱਛੋ ਹਲੇ ਤੱਕ ਇਹਨੇ ਰਿਮੋਟ ਕਿਉਂ ਨਹੀਂ ਦਿੱਤਾ। ਦੱਸਿਆ ਤੇ ਹੈ ਤੁਹਾਨੂੰ ਵੀ ਰਿਮੋਟ ਕੁੱਤਾ ਚੁੱਕ ਕੇ ਲੈ ਗਿਆ ਸੀ, ਭੱਜਿਆ ਉਹਦੇ ਮਗਰ ਮੈਂ ਨਹੀਂ ਫੜਿਆ ਗਿਆ ਤੇ ਦੇ ਦਿਆਂਗੇ ਰਿਮੋਟ ਅਸੀਂ। ਦੇ ਹੀ ਜਾਏਗਾ ਕੁੱਤਾ, ਉਹਦੇ ਕੋਲ ਕਿਹੜਾ ਟੈਲੀਵਿਜ਼ਨ ਜਿਹੜਾ ਉਹਨੇ ਰੱਖ ਲੈਣਾ। ਅਲੀ ਮੁਮਤਾਜ਼ ਸਾਹਿਬ, ਜਿਹੜਾ ਮੈਨੂੰ ਟੱਚ ਮੋਬਾਈਲ ਦਿੱਤਾ ਹੈ, ਯਕੀਨ ਕਰਨਾ 2 ਵਾਰੀ ਉਹਨੂੰ ਠੀਕ ਕਰਾ ਚੁੱਕਿਆ ਤੇ ਬਾਜ਼ਾਰ ਤੋਂ ਮਹਿੰਗਾ ਦਿੱਤਾ ਹੈ ਤੇ ਨਾਲੇ ਖਰਾਬ ਦੇ ਦਿੱਤਾ। ਉੱਥੇ ਕਿਸ਼ਤਾਂ ਤੇ ਤੁਸੀਂ ਮੋਬਾਈਲ ਲਿਆ, ਹੁਣ ਕਿਸ਼ਤਾਂ ਤੇ ਤੈਨੂੰ ਮੈਂ ਬਾਜ਼ਾਰ ਨਾਲੋਂ ਸਸਤਾ ਦੇ ਦੇਵਾਂ। ਹੋਰ ਵੀ ਇੰਨੇ ਲੋਕਾਂ ਨੇ ਚੀਜ਼ਾਂ ਲਈਆਂ ਅਲੀ ਸਾਹਿਬ, ਇੱਕ ਬੰਦੇ ਨੇ ਆ ਕੇ ਅਲਾਮਾ ਨਹੀਂ ਦਿੱਤਾ, ਸ਼ਿਕਾਇਤ ਨਹੀਂ ਕੀਤੀ ਸਵਾਏ ਇਹਨਾਂ ਤੋਂ। ਓਏ ਨਾ ਵੇ ਰੱਟਾ ਪਾਣਾ ਹੁੰਦਾ, ਹੋਰ ਕਿਹੜੀ ਗੱਲ ਏ ਮੇਰੀ। ਕਿਸੇ ਬੰਦੇ ਕਿਸੇ ਸ਼ੈ ਤੇ ਇਤਰਾਜ਼ ਹੀ ਨਹੀਂ ਕੀਤਾ, ਕੋਈ ਕਿਸੇ ਨੇ ਮੂੰਹ ਚ ਚੂੰ ਚਾਂ ਨਹੀਂ ਕੱਢੀ। ਇੱਕ ਬੰਦਾ ਸਿਰਫ ਉਹ ਜਿਹੜਾ ਬਿਜਲੀ ਵਾਲੀ ਇਸਤਰੀ ਲੈ ਕੇ ਗਿਆ ਸੀ, ਉਹਨੇ ਆ ਕੇ ਗਾਲਾਂ ਕੱਢੀਆਂ ਰਾਣਾ ਸਾਹਿਬ ਨੂੰ। ਇੱਕ ਬੰਦੇ ਦੀਆਂ ਗਾਲਾਂ ਕੀ ਕਹਿੰਦੀਆਂ ਚਾਚਾ? ਆਸਤਾ ਆਸਤਾ ਤੁਸੀਂ ਭਾ ਮੰਨੋਗੇ, ਉਹ ਜਿਹੜੀ ਮਾਈ ਵਾਸ਼ਿੰਗ ਮਸ਼ੀਨ ਲੈ ਗਈ ਸੀ, ਉਹਨੇ ਤੈਨੂੰ ਡੰਡਿਆਂ ਨਾਲ ਕੁੱਟਿਆ ਸੀ। ਉਹ ਗੱਲ ਸੁਣ ਮੇਰੀ, ਬਜ਼ੁਰਗਾਂ ਦਾ ਮਾਰਿਆ ਤੇ ਔਲਿਆਂ ਦਾ ਖਾਦਾ ਬਾਅਦ ਚ ਹੀ ਪਤਾ ਲੱਗਦਾ। ਨਾਲੇ ਬਜ਼ੁਰਗ ਔਰਤ ਉਹਨੇ ਕੁੱਟਿਆ ਵੀ ਤੇ ਕਿਸੇ ਗੱਲ ਤੋਂ ਹੀ ਕੁੱਟਿਆ ਹੋਣਾ। राणा साहब ये तो बताएं, वो वॉशिंग मशीन वाली अम्मा ने आपको क्यों मारा है? ਉਹ ਕੋਈ ਗੱਲ ਨਹੀਂ, ਮਾਮੂਲੀ ਜੀ ਗੱਲ ਹੈ ਵੀ ਚਾਚਾ, ਜ਼ਰੂਰ ਦੱਸਣੀ ਐਵੇਂ ਕਿ ਦੱਸ ਦਵਾਂ। ਨਹੀਂ ਦੱਸੋ ਜੀ, ਇਹਦੇ 'ਚ ਕਿਹੜੀ ਸ਼ਰਮ ਵਾਲੀ ਗੱਲ ਹੈ? ਜਿਹੜੀ ਗੱਲ ਹੈ ਉਹ ਘਰ ਛੱਡਣੇ ਆਈ ਤੇ। ਉਹ ਅਸਲ ਚ ਅਲੀ ਸਾਹਿਬ ਵਾਸ਼ਿੰਗ ਮਸ਼ੀਨ ਲੈ ਗਈ ਨਾ ਮਾਈ ਮੇਰੇ ਕੋਲੋਂ, ਅੰਮਾ ਤੇ ਉਹਦੇ ਅੱਗੇ ਨਾ ਆਪ ਸੋਚ ਨਹੀਂ ਲੱਗਾ ਤਾਰ ਦੇ ਕੇ। ਉਹ ਕਿਤੇ ਅੰਮਾ ਤਾਰਾਂ ਲਾਉਣ ਲੱਗੀ ਆ ਤੇ ਉਹਨੂੰ ਕਿਤੇ ਪਿਆ ਕਰੰਟ, ਹਾਏ ਉਹਨੂੰ ਚੜਿਆ ਗੁੱਸਾ। ਮੁੰਡਾ ਉਹਦਾ ਗਿਆ ਦੁਬਈ ਤੇ ਉਹਨੇ ਗੁੱਸਾ ਤੇ ਕਿਸੇ ਨਾ ਕਿਸੇ ਤੇ ਲਾਉਣਾ ਸੀ ਨਾ, ਉਹ ਡੰਡਾ ਫੜ ਕੇ ਫਿਰ ਮੇਰੇ ਵੱਲ ਆ ਗਈ। ਇਹਦੇ 'ਚ ਕੋਈ ਇਤਰਾਜ਼ ਵਾਲੀ ਗੱਲ ਨਹੀਂ। ਉਹ ਮੁੰਡਾ ਦਾ ਦੁਬਈ ਨਾ ਗਿਆ ਹੁੰਦਾ ਤੇ ਉਹ ਨਾ ਸਾਡੇ ਵੱਲ ਆਉਂਦੀ। वो अम्मा ने आके आपको फिर डंडों के साथ मारा? ਉਹਦੇ ਜਿਹਦੇ ਕੀ ਫਰਕ ਪੈਂਦਾ? ਡੰਡੇ ਨਾਲ ਮਾਰਿਆ ਤੇ ਰਾਣਾ ਸਾਹਿਬ ਨੂੰ ਕਿਹੜੀਆਂ ਲਾਸ਼ਾਂ ਪੈ ਗਈਆਂ। अस्सलाम उस्ताद जी। ਵਾਲੇਕਮ ਸਲਾਮ। ਆ ਭਈ ਆ ਪੁੱਤਰ, ਆ ਜਾ ਬਹਿ ਜਾ। ये कौन साहब हैं जी? ਉਹ ਜੀ ਮੁਲਾਜ਼ਮ ਰੱਖਿਆ ਦੁਕਾਨ ਤੇ,
ਤੁਹਾਨੂੰ ਤਾਂ ਪਤਾ ਫਿਰ ਪੜ੍ਹੇ ਲਿਖੇ ਬੰਦੇ ਹੋ, ਮੁਲਾਜ਼ਮਾਂ ਤੋਂ ਬਗੈਰ ਕਾਰੋਬਾਰ ਕਿੱਥੇ ਚੱਲਦਾ? ਨਹੀਂ ਜੇ ਰੱਖਣੇ ਪੈਂਦੇ ਨੇ, ਵੱਡਾ ਕਾਰੋਬਾਰ ਕਰੋ, ਮੁਲਾਜ਼ਮ ਤੇ ਫਿਰ ਰੱਖਣੇ ਪੈਂਦੇ ਨੇ। ਇਹ ਮੁੰਡਾ ਖੈਰ ਨਾ ਮਹੀਨੇ ਦੇ ਮਹੀਨੇ ਜਾ ਕੇ ਫਿਰ ਕਿਸ਼ਤਾਂ ਇਕੱਠੀਆਂ ਕਰਦਾ ਜੇ, ਗਰਾਈ ਕਰਦਾ ਜੇ। ਬੱਲੇ ਬੱਲੇ। हेलो जी 50 रुपया। ਉਹ ਕਾਹਦੇ 50? ਉਹ ਤੈਨੂੰ ਤਾਂ ਮੈਂ 200 ਰੁਪਏ ਤਾਂ ਤੈਨੂੰ ਮੈਂ ਪੈਟਰੋਲ ਦਾ ਦਿੱਤਾ ਸੀ। उस्ताद जी मैं 100 रुपए का पेट्रोल पाया है, ਹਲਾ 50 रुपए की रोटी खा ली है ਹਲਾ ते 50 ही बचे है, किस्त किसी ने दी नहीं। ਉਹ ਕਿਸ਼ਤ ਕਿਉਂ ਨਹੀਂ ਦਿੱਤੀ ਕਿਸੇ ਨੇ? कोई कहता है कल आ जाए, कोई कहता है परसों आ जाए, तो कोई कहता है अगले महीने गट्ठी दे देंगे। ਇਹ ਤੁਹਾਨੂੰ ਕਹਿੰਦਾ ਰਿਹਾ ਮੈਂ ਰਾਣਾ ਸਾਹਿਬ, ਉਸ ਵੇਲੇ ਵੀ ਕੋਈ ਭਲਵਾਨ ਬੰਦਾ ਰੱਖੋ ਜਿਹਨੂੰ ਵੇਖ ਕੇ ਅਗਲੇ ਕਿਸ਼ਤ ਦੇਣ ਵੀ। ਇਹਨੂੰ ਕਿੱਥੇ ਕਿਸੇ ਨੇ ਕਿਸ਼ਤ ਦੇਣੀ ਜੇ? ਉਹ ਚਾਚਾ ਜੀ ਮੈਂ ਤਾਂ ਰੱਖਿਆ ਸੀ ਇਹਨੂੰ ਵੀ ਕੋਈ ਤਰਸ ਖਾ ਕੇ ਕਿਸ਼ਤ ਦੇ ਦੇਣਗੇ ਇਹਨੂੰ। ਉਹ ਪੁੱਤਰ ਤਰਸ ਖਾ ਕੇ ਕਿਸ਼ਤਾਂ ਇਕੱਠੀਆਂ ਕਰਨੀਆਂ, ਉਹਨੇ ਫਤਰਾਨਾ ਇਕੱਠਾ ਕਰਨਾ ਹੈ। ਤਗਾ ਉਹ ਲੈ ਖੜੀ ਆਇਆ, ਉਲਟਾ 150 ਖਰਚ ਕੇ ਆ ਗਿਆ। राणा साहब ये कैसा कारोबार कर बैठे हैं? आपको किसी एक ने भी किस्त नहीं दी है और ऊपर से 150 रुपया आपका अपने पल्ले से लग गया है। ਬਸ ਜੀ ਕਾਰੋਬਾਰ 'ਚ ਫਿਰ ਰਕਮਾਂ ਥੱਲੇ ਲੱਗਦੀਆਂ ਤੇ ਹੈ ਨੇ ਨਾ, ਫਿਰ ਅੱਜ 150 ਲੱਗ ਗਿਆ ਸਾਡਾ ਕੋਈ ਨਹੀਂ। ਆ ਵਾਧੇ ਘਾਟੇ ਤੇ ਫਿਰ ਹੈ ਹੀ ਨੇ, ਹੁਣ ਕਾਰੋਬਾਰ ਤੇ ਫਿਰ ਰਿਸਕ ਤੇ ਲੈਣਾ ਹੀ ਪੈਂਦਾ ਨਾ ਜੀ। ਉਹ ਜਾ ਕਾਕਾ ਦੁਕਾਨ ਖੋਲ ਜਾ ਕੇ। हुण केड़ी दुकान खोलनी है? वो तो कमेटी वाले ढा गए ने। ਰਾਣਾ ਸਾਹਿਬ ਦੀ ਦੁਕਾਨ, हाँ जी और राणा प्रोपराइटर। जी जी। नाज़रीन, इसके साथ ही हम लेते हैं एक ब्रेक, मिलते हैं ब्रेक के बाद। बच्चे बजिद हैं कि नहीं हमें अभी चॉकलेट चाहिए, और बच्चे आहिस्ता आहिस्ता फिर चोरों को बददुआएं देनी शुरू हो गए। ਓਏ ਹੋਏ ਹੋਏ। ਉਹ ਗੋਗੇ ਤੂੰ ਕਿਉਂ ਓਏ ਹੋਏ ਹੋਏ ਕਰਨ ਡਿਆ? ਤੇਰਾ ਚਾਕਲੇਟ ਨਾਲ ਕੀ ਤਲਕ ਹੈ? ਕੱਚੇ ਗੋਂਗਲੂ ਖਾਣ ਵਾਲਾ ਤੂੰ ਬੰਦਾ ਹੈ। यार शाज़म मिर्जा साहब, आई एम सॉरी, सिर्फ गोंगलू ही नहीं वो खाता, वो अल्लाह के फजल से रोजाना 2-2.5 किलो चॉकलेट भी खाता। ये बात। नाज़रीन, पेशे खिदमत है आज का खबरनामा। नायरीन, खबर सुनाने से पहले मैं गुजारिश करूंगा कि सारे बच्चों को जरा टीवी के करीब कर दें, चूंकि ये इस खबर के अंदर बच्चों की दिलचस्पी बहुत ज्यादा है। अच्छा खबर कुछ यूं है, इटली में 12 टन चॉकलेट से भरा ट्रक चोरी हो गया। चॉकलेट इटली से पोलैंड मुंतकिल की जा रही थी कि रास्ते में नामालूम अफराद ट्रक समेत सामान ले उड़े। रिपोर्ट्स के मुताबिक चोरों ने तकरीबन 4,13,000 से जायद चॉकलेट चुराई हैं। ओ माय गॉड, 4 लाख चॉकलेट? जी, 4,13,000 चॉकलेट जो मुख्तलिफ यूरोपीय ममालिक में भेजी जानी थी वो रास्ते में चोरी हो गई हैं। और अब सारे यूरोप के बच्चे अपनी अम्मी से कह रहे हैं कि मैं नहीं पता, मैं चॉकलेट लेनी है। तो उनकी अम्मी उनको समझाने की कोशिश कर रही हैं कि पुत्र राज चोरी हो गई है, चोर अंकल ले गए ने, तो फिर किसे ले देंगे। तो बच्चे बजिद हैं कि नहीं हमें अभी चॉकलेट चाहिए, और बच्चे आहिस्ता आहिस्ता फिर चोरों को बददुआएं देनी शुरू हो गए। ਓਏ ਹੋਏ ਹੋਏ। ਉਹ ਗੋਗੇ ਤੂੰ ਕਿਉਂ ਓਏ ਹੋਏ ਹੋਏ ਕਰਨ ਡਿਆ? ਤੇਰਾ ਚਾਕਲੇਟ ਨਾਲ ਕੀ ਤਲਕ ਹੈ? ਕੱਚੇ ਗੋਂਗਲੂ ਖਾਣ ਵਾਲਾ ਤੂੰ ਬੰਦਾ ਹੈ। यार शाज़म मिर्जा साहब, आई एम सॉरी, सिर्फ गोंगलू ही नहीं वो खाता, वो अल्लाह के फजल से रोजाना 2-2.5 किलो चॉकलेट भी खाता। ये बात। अच्छा जी, मैये की बात यह है कि इस चोरी की रिपोर्ट दर्ज करवाने के बाद इस कंपनी का तर्जुमान मीडिया से बात करने के लिए आया जी। तो उसने सारी गल हासे में डाल दी। वो वखरा ही अय्यी का इंग्लिश कजन बना हुआ था। कहता जी कि हमारी कंपनी का ये स्लोगन है कि काम से वक्फा लो और हमारी चॉकलेट खाओ। अब चोर 12 टन चॉकलेटें चोरी करके होरे किथे वक्फा करन टुर गए और वापस भी नहीं आउन डे। चॉकलेट मुकेगी तो वक्फा उन्हां दा मुकेगा। अच्छा, ये तो हो गई ना एक चोरी, लेकिन मैं ये देखकर हैरान हुआ हूं कि बर्तानिया, यूरोप और अमेरिका में भी
चॉकलेट चोरी के वाकयात ऐसे हो रहे हैं जैसे हमारे यहाँ पे जूती चोरी के वाकयात नहीं होते, अच्छा या गटरों के ढक्कन चोरी होने के वाकयात आते हैं सामने। हाय इस तरह धड़ाधड़ चॉकलेट चोरी के वाकयात सामने आ रहे हैं। मुझे ये लग रहा है कि ये जो चॉकलेट चोरी की है ना, ये चोर कोई चॉकलेट आशिक थे। अच्छा उन्होंने सोचा होगा कि कौन रोज तरले कर करके अम्मी को एक चॉकलेट दे पैसे लवे, हाय इकट्ठे ही चॉकलेट चोरी कर लवो टना दे हिसाब नाल, तो फिर बाकी की जिंदगी चॉकलेटों के सहारे गुजार दो। वाह उसने अब सुबह दोपहर शाम नाश्ते में, लंच में, डिनर में चॉकलेट ही खानी है। ओए ओए भाई जी आज की पक्का आज जी चॉकलेट कढ़ाई बनी है जी। शाम ਨੂੰ ਕੀ बना रहे हो? चॉकलेट कोरमा बना रहे हैं। यार चॉकलेट सज्जी नहीं तैयार हो सकती, या चॉकलेट बारबेक्यू बनवाओ हमारा। कहना नहीं यार चॉकलेट बारबेक्यू नहीं, मैंने चॉकलेट रोस्ट करवाए हैं वो खिलाता हूँ। यार आज सफेद राइस के साथ आलू चॉकलेट बना लो। आलू चॉकलेट से पहले आपको मैं चॉकलेट का सूप ना पिला दूं? इन्होंने तो अब सारी जिंदगी पिज्जा भी चॉकलेट पिज्जा खाना है। पिज्जे के ऊपर चिकन की जगह पे चॉकलेट लगे होंगे। हाय चॉकलेट खा खा के इन्होंने चॉकलेट तो खत्म कर लेनी है, क्या मगर दूजे पासे इन्हां सारे चोरां दी शुगर भी 400 हो जानी है। मैं तो साथ साथ ये भी सोच रहा हूं कि इस खबर की तफसील सुनते हुए गोगे के दिल पे क्या छुरियां चल रही हो। बल्कि ये भी सोच रहा होगा कि यार चॉकलेट का अगर ट्रक मैं चोरी करूं तो कैसा हो। हालांकि इन्हें ये नहीं पता, इन्हें पहले इशारे ते फड़िया जाना है। और पाकिस्तानी पुलिस के हथे ने चढ़ना, उन्हें इन्हू थाने लै जाना ते जाके चॉकलेट रंग का चित्र कढ़ लेना। और उन्नी देर तक उन्होंने छड़ना नहीं जिन्नी देर तक यदि सारी जगह चॉकलेट रंग दी ना हो गई। यार मैं इतने भी लालची नहीं हूँ, जिन्होंने चोरी की है वो जाने या पुलिस वाले जाने। मैं तो ये सोच रहा हूँ कि पुलिस में मेरा कोई सिपाही वाकफ नहीं है जो 5 किलो चॉकलेट मुझे निकाल दे। हाँ जी, यानी नजर है यदि सही जरूर, भावे 5 किलो ते ही। 1917 में जर्मनी में 20 टन चॉकलेट से भरा ट्रॉलर छीना गया था, अच्छा जिसमें चॉकलेट बॉल्स से भरे हुए अंडे थे। 1.5 करोड़ रुपए मालियत की ये 20 टन चॉकलेट ईस्टर के त्योहार पर फरोख्त के लिए भेजी जा रही थी। अच्छा जी अच्छा, बर्तानिया में तो चॉकलेट की चोरी इतनी ज्यादा बढ़ चुकी है कि दुकानों और सुपरमार्केटों ने चॉकलेट बार्स को बक्सों के अंदर रख के ताले लगा दिए हुए हैं। इतना सख्त डरे हुए हैं क्योंकि चोरों का ध्यान पड़ा हुआ है चॉकलेट की तरफ। अच्छा जिस तरह औरतां बेचारियां अपना येवर संभाल दियां फिरदियां, जी जी इंज दुकानदार चॉकलेट संभालते फिर। हाँ मैं झूठ नहीं बोल रहा। 1 महीना पहले की खबर है कि बर्तानिया में चॉकलेट सबसे ज्यादा चोरी होने वाली चीजों में शामिल हो चुकी है। अरे वाह। और जो बड़े बड़े ब्रांड्स हैं ना जी, जो महंगी चॉकलेट हैं, उनके चॉकलेट तो बाकायदा चोर मार्केट में फरोख्त हो रही है। सही कह रहे हो जेम्स बॉन्ड, गोरा तो चॉकलेट बड़े शौक से खाता है। और जी सिर्फ गोरा ही नहीं खाता, गौरी भी बड़े खाता है। चॉकलेट तो एक चीज ही ऐसी है, जो भी जरा इंग्लिश तबीयत का बंदा है या बच्चा है वो चॉकलेट शौक से खाता है। हाँ जी बर्तानिया में चॉकलेट चोरी की जो सबसे बड़ी वारदात हुई है ना जी, जी जी वो 2023 में एक बंदे ने की थी, जिसमें एक शख्स ने अकेले ही एक गोदाम से 2 लाख चॉकलेटें चोरी की थी। मैं तो ये हैरान हो रहा हूं कि किस तरह 2 लाख चॉकलेटों ने खा दिया होंगी। हाँ जी यार खाने के लिए थोड़ी करते हैं चोरी, वो बेचते होंगे। हाँ यार, चोर ने तो सच पैसों के लिए चोरी की है। मेरे जेन में वही फंसा हुआ है जो हम बचपन में फ्रिज में से एक चॉकलेट चोरी करते थे खाने के लिए। अच्छा, ये जिसने 2 लाख चॉकलेट चोरी की ना जी गोदाम में से, हाँ जी अपनी बेवकूफी की वजह से बेचारा पकड़ा गया। अच्छा जी हुआ ये कि वो ट्राले के बजाय ट्रैक्टर ट्राली पे चॉकलेट चोरी करने जा पहुंचा। अच्छा गोदाम के चौकीदार को उन्होंने कहीं बांध शांध दिया, बंदूक दिखा के सजे खबे कर दिया और चॉकलेट फटाफट ट्राली पे लदनी शुरू कर दी। लेकिन करीब दूसरे गोदाम के चौकीदार ने पुलिस को फोन कर दिया कि कोई मशकूक शख्स
ट्रैक्टर ट्राली पे चॉकलेट लोड कर रहा है, फटाफट पहुंच जाओ। आपको पता है कि बरतानिया की पुलिस तो फिर फटाफट ही पहुंचती है, वो को पाकिस्तानी पुलिस थोड़ी है जो कदी कदी जाके कहे सरप्राइज। बस वो ब्रिटिश पुलिस उत्थे अपनी है जी, ते ट्रैक्टर ट्राली हले मेन रोड ते नहीं सी चढ़ी थी, उन्हें गिरफ्तार कर लिया। उसकी चोरीशुदा चॉकलेट की कुल कीमत $48,000 थी, जो पाकिस्तानी रुपयों में कोई 1.25 करोड़ रुपए बनती है। तो क्या 1.25 करोड़ की चॉकलेट, 1.25 करोड़ की। यार मैं इतना लालची नहीं हूं, मेरे लिए 5,000 की काफी है। यानी तुम एक ही दफा मुंह में रखनी चाहते हो। यार गोगे, तुम्हें जेम्स बॉन्ड ने बताया भी है कि चॉकलेट इंग्लिश लोग खाते हैं, तुम्हारा मीठे को दिल करे तो गुड़ खा लिया करो। सही बात है, तेरे वास्ते तो 2.5 किलो गुड़ बहुत है। अच्छा, सिर्फ बरतानिया में ही नहीं, अमेरिका में भी कोरोना लॉकडाउन के दौरान चॉकलेट चोरी की वारदातें इतनी बढ़ गई थी कि बल्ले 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 बल्ले। बाकायदा जो स्टोरों के मालिक थे वो अपनी लड़कियों को पूछते थे कि चॉकलेटां नूं ताले ला छड्डे जे। ਇਹਨੂੰ ਚੋਰੀ ਤੋਂ ਬਚਾਉਣ ਦਾ ਬਿਹਤਰੀਨ ਹੱਲ ਇਹ ਵੇ ਕਿ ਚਾਕਲੇਟ ਦੇ ਉੱਤੇ ਮਿੱਟੀ ਦਾ ਤੇਲ ਛਿੜਕ ਦਿਓ। क्यों जी, तुसी मानते नहीं सो कि शाहज़ाद मिर्जा पेंडू है। वो जेड़ा पिंडां च नहीं खुराक नूं बचांदे मिट्टी दा तेल उत्ते छिड़क के, ਉਹਨੇ ਕਰੋੜਾਂ ਰੁਪਈਆਂ ਦੀ ਚਾਕਲੇਟ ਦਾ ਸਤਿਆਨਾਸ਼ ਕਰ ਦਿੱਤਾ। ਚਲੋ ਜੀ ਨਾ ਸੁੱਟੋ, ਫਿਰ ਚੋਰੀ ਕਰਾ ਲਓ। यार मिट्टी का तेल छिड़क के भी तो जाया होगी ना। नहीं ਉਹਦੇ ਵਾਸਤੇ नहीं ना जी जाया, वो पेंडू है, ਉਹਨੇ मिट्टी दे तेल वाली भी खा जानी। यार चॉकलेट के 1-2 पीस चोरी हो जाएं तो समझ आता है, ये पूरा ट्रक ही गायब हो जाए ये समझ नहीं आता। जुल्फी साहब, आपके लिए तो चलो 1-2 पीस भी सालाना कोटा हो गया, मगर जो चोर है वो खाने के लिए नहीं चोरी करता। यही तो बताना चाह रहा हूं कि बड़ी महंगी होती है चॉकलेट, वो आगे जाके बेचते हैं। सब का ज़हन उत्थे फंसे है कि चोर खान वास्ते चॉकलेट चोरी कर दे। अच्छा, एक और मजे की चीज आपको सुनाऊं। 2018 में जर्मनी में एक खातून चॉकलेट चोरी करते हुए पकड़ी गई। आप हैरान होंगे कि 9 किलोग्राम चॉकलेट तो उसने अपने लिबास में फिट की हुई थी, और जब पुलिस ने तफ्तीश की तो उसकी कार से मजीद 50 किलोग्राम चोरी शुदा चॉकलेट बरामद हुई। बड़ा उसने कहा जी कि मैंने तो जो चोरी की थी मैंने अपने लिबास में ही लुकाई थी। ये 50 किलो मेरी डिग्गी में तो होरे कौन रख गया है। उन्होंने कहा चलो कोई गल नहीं है, 50 किलो कोई होर रख गया ना, तो 9 किलो चीज ही गिरफ्तार करने हैं, चलो थाने। अच्छा, हमारे यहाँ जिस तरह ये फिक्रा चलता है ना जी सरकारी दफ्तरों में, कोई चाह पानी ते दे के जाओ जनाब को, बच्चियां दी मठियाई शठियाई ईद कोल आ गई है, को बालां दी ईद ही दियो। आपको एक और मये का वाकया सुनाऊं जी। मराकश का एक वजीर 2024 में इस इल्जाम के तहत पकड़ा गया था कि उसने हुकूमती खजाने से अपने बच्चे की सालगिरह के लिए $4,000 की चॉकलेटें मंगवाई थी। सरकारी खजाने से? पुलिस 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 पुलिस। ओ भाई जी, मराकश की बात सुना यार, की करता है गौरिया। अच्छा, वो जब वजीर पकड़ा गया ना, उसने बड़ी वजाहतें दी कि मैंने अपनी जेब से ये चॉकलेट खरीदे हैं, लेकिन चूंकि मीडिया पे खबर फैल चुकी थी इसलिए उन्होंने नहीं छोड़ा उसे। पता नहीं, बड़ा मुश्किल सा नाम है उसका, अब्दुल अजीम अल करोज। उसने बड़ा वाये किया कि मैंने अपने बेटे के अकीके के लिए $4,000 की अपनी जेब से खरीदी है चॉकलेट। उन्होंने कहा कि नहीं, कौमी खजाने से खरीदी हैं। वजीर आजम ने एक इंक्वायरी कमेटी बना के तहकीकात शुरू करा दी। और तेन हासे वाली गल दसा, और कमेटी दे विच साबित हो गया तहकीकात कि इन्हें वाकई अपनी जेब तो खरीदियां सन चॉकलेटां। ये $4,000 चॉकलेटां दी जिहड़ी तहकीक की ना जी कमेटी ने, उस कमेटी ने $8,000 खर्चा कर दिता। उन्हें वजीर दी तो जान छुट गई है, अजकल वो कमेटी बेचारी तरीखा भुगत रही। नाज़रीन, इसके साथ ही हम लेते हैं एक ब्रेक, मिलते हैं ब्रेक के बाद। ਭੁੰਡਾਂ ਦਾ ਖੱਖਰ ਲਾਉਣਾ ਬਹੁਤ ਮੁਸ਼ਕਲ ਸੀ। ਆ ਵਾਹ ਵਾਹ, ਉਹਦੇ ਵਾਸਤੇ ਫਿਰ ਮਹੱਲੇ ਦੇ ਐਮਐਨ ਕੋਲੋਂ ਫੋਨ ਕਰਾਇਆ ਸਾ ਜੀ। ਬੂਏ ਦੇ ਨਾਲ ਜਿਹੜੀ ਪਾਣੀ ਵਾਲੀ ਟੂਟੀ ਲੱਗੀ ਸੀ ਉਹ ਲੀਕ ਕਰਦੀ ਸੀ, ਉਹਦੀ ਇੱਕ ਧਤੀਰੀ ਇੱਧਰ ਜਾ ਰਹੀ ਸੀ, ਇੱਕ ਇੱਧਰ ਜਾ ਰਹੀ ਸੀ। ਮੈਂ ਆਪਣੇ ਵੱਡੇ ਭਰਾ ਦੇ ਘਰੋਂ ਟੇਪ ਲਿਆ ਕੇ ਉਹਦੇ ਉੱਤੇ ਚੜਾਈ ਏ।
ਅੱਛਾ ਜਿਸ ਤਰ੍ਹਾਂ ਸ਼ੁਰੂ ਹੋਇਆ ਮੈਂ ਡਰ ਗਿਆ ਸਾਂ ਮੈਂ ਕਿਹਾ ਉਹ ਕਹਿਣ ਲੱਗਾ ਕਿ ਮੈਂ ਆਪਣੇ ਵੱਡੇ ਭਰਾ ਨੂੰ ਲਿਆ ਕੇ ਟੂਟੀ ਦੀ ਥਾਂ ਲਾਇਆ ਹੈ। नाज़रीन, हमारे साथ एक दफ़ा फिर आज एक मालिक मकान और उसका किराएदार मौजूद हैं और देखते हैं कि इनके दरमियान आज किस मसले पर बहस हो रही है। मेरा ख्याल है कि गुफ्तगू शुरू होने से पहले ना हमें इजाजत दे दें, हम जरा चाय की ब्रेक कर लें। आप खुद इनको भुगतें चूंकि इनके तो मसले खत्म ही नहीं होते। ये मालिक मकान और किराएदार का जो है ना जी आपस में झगड़ा, जी ये तो हर दूसरे दिन किसी ना किसी वजह से शुरू हो जाता है। इसका तो सिर्फ एक ही हल है कि ये जो आपके सामने बैठा हुआ है किराएदार, पंड जी ਜਿਹੜੀ ਪਈ ਇਹਨੂੰ ਇੱਥੇ ਥੱਲੇ ਵਿਛਾ ਕੇ ਡਾਂਗਾਂ ਨਾਲ ਉਂਝ ਕੁੱਟੀਏ ਜਿਵੇਂ ਰਜ਼ਾਈ 'ਚ ਨਵਾਂ ਰੂਹ ਭਰਾ ਕੇ ਤੇ ਕੁੱਟੀ ਦਾ। ਔਰ ਉਹ ਜਿਹੜਾ ਨਾਲ ਬਰੀਕ ਪਹਿਲਵਾਨ ਬੈਠਾ ਨਾ ਜੀ ਮਾਲਕ ਮਕਾਨ, ਬੌਕਰ 'ਚੋਂ ਤੀਲਾ ਕੱਢ ਕੇ ਇਹਨੂੰ ਕੁੱਟੋ। यार मेरी छोड़ दो भाई, जाओ अपना ले जाओ कोई मसला, हमें और बड़ी थोड़ी टेंशन है। तुम अपना मसला उठा के ले आए थे, उसका मकान है, तुम किराएदार हो, हमें अभी वक्त डाला हुआ है। ਹਾਏ यार क्या कर रहे हो, वो मेहमान है हमारे शो के। ਉਹ ਹਜ਼ੂਰ ਇਹਨਾਂ ਦਾ ਉਹੋ ਹੀ ਰੱਟਾ ਏ। ਮੈਂ ਤੇ ਕਹਿੰਦਾ ਅਲੀ ਸਾਹਿਬ ਤੁਸੀਂ ਵੀ ਚੱਲੋ ਚਾਹ ਪੀਣ, ਆਪੇ ਕੈਮਰੇ ਦੇ ਅੱਗੇ ਲੜ ਭਿੜ ਕੇ ਕੋਈ ਫੈਸਲਾ ਕਰ ਲਿਆ। सर जी कहाँ जाना है आपने? मैं तो आप ही से बात करने आया हूँ। अगर आपने चाय पीने जाना तो मुझे भी साथ ले जाइए। वो ना हो कि बाद में ये बुला मुझ पे हमला कर दे। यार जाना किथे है? चाहे इथे मंगा लो, सारे इकट्ठे पी लांगे। ਵਾਹ ਯਾਰ ਉਹਦੇ ਵਾਸਤੇ ਤੇ ਇੱਕ ਕੱਪ ਮੰਗਾ ਲਾਂਗੇ, ਤੇਰੇ ਵਾਸਤੇ ਟੱਪ ਕਿੱਥੋਂ ਮੰਗਾਈਏ? और जनाब तुसी कादे वास्ते मंगानी है? चौहान साहब आप ही मंगा लेंगे। ਬੜਾ ਹੀ ਢੀਠ ਹੈ ਭਾਈ। ਦੁਨੀਆ ਦਾ ਪਹਿਲਾ ਕਿਰਾਏਦਾਰ ਹੈ ਜਿਹੜਾ ਮਾਲਕ ਕੋਲੋਂ ਚਾਹ ਵੀ ਮੰਗਾ ਰਿਹਾ ਹੈ, ਵਰਨਾ ਹਮੇਸ਼ਾ ਕਿਰਾਏਦਾਰਾਂ ਨੂੰ ਹੀ ਤਰਲੇ ਕਰਦੇ ਆ ਵੇਖਿਆ। ਹਾਏ ਮਿਰਜ਼ਾ ਸਾਹਿਬ ਜਿਹੜਾ ਬਦਤਮੀਜ਼ ਹੈ ਤੇ ਕਿਰਾਇਆ ਵੀ ਘੱਟ ਹੀ ਦਿੰਦਾ ਹੋਏਗਾ। ਇਹਦਾ ਪਿੰਡਾ ਹੀ ਬਦਮਾਸ਼ਾਂ ਵਾਲਾ ਹੈ, ਤਬੀਅਤ ਇਹਦੀ ਮਸਕੀਨਾ ਵਾਲੀ। ਇਹ ਤੇ ਤੜੀ ਵੀ ਇੰਝ ਹੀ ਲਾਉਂਦਾ ਹੋਣਾ, ਲੈ ਬਈ ਇਸ ਮਹੀਨੇ ਦਾ ਕਿਰਾਇਆ ਤੈਨੂੰ ਅੱਲਾ ਦੇ ਨਾਂ ਤੇ ਮਾਫ ਹੀ ਕਰਨਾ ਪੈਣਾ ਈ। ਤੇ ਜੇ ਮਾਫ ਨਹੀਂ ਕਰਨਾ ਤੇ ਫਿਰ ਜ਼ਕਾਤ 'ਚ ਐਡਜਸਟ ਕਰ ਲੈ। ऐसी भी कोई गल नहीं बाऊ जी, पहली आउण तो पहले इन्हां दे हत्थ दे विच किराया फड़ाईदा, एक दिन नहीं लेट होण दित्ता। बड़ा एहसान करना है। और भाई जिन्ना को किराया है इन्ने ते तू गली च आंदे जांदे बंदियां कोलों मंग के सिगरेट पी जाना है। ਓਏ 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 ਓਏ, ਉਹ 30-40 ਹਜ਼ਾਰ ਦੇ ਹੀ ਸਿਗਰਟ ਮੰਗ ਲੈਣਾ। ਯਾਰ ਉਹਦੀ ਸਿਹਤ ਤੇ ਵੇਖ, 30-40 ਹਜ਼ਾਰ ਦੇ ਸਿਗਰਟ ਤੇ ਇੱਕੋ ਵਾਰੀ ਚ ਪੀ ਲੈਂਦਾ ਹੋਏਗਾ। ਇਹੋ ਜਿਹਾ ਬੰਦਾ ਅੱਧੇ ਸਿਗਰਟ ਪੀ ਲੈਂਦਾ, ਅੱਧੇ ਮਹੀਨੇ ਬਾਅਦ ਵੇਚ ਦਿੰਦਾ। ਇਹ ਮੰਗਦਾ ਇੱਕ ਹੋਣਾ, ਲੋਕੀ ਇਹਦੇ ਵੱਲ ਵੇਖ ਕੇ ਡਰਦੇ ਆ, ਅੱਧੀ ਡੱਬੀ ਦੇ ਜਾਂਦੇ ਹੋਣੇ। यार क्या फजूल बातें शुरू कर दी हैं तुम लोगों ने, उनका मसला तो सुनो। और सर जी ये भी इल्जाम ला रहा है, मैं तो उंज ही कदों दे सिगरेट छड़ दिते हुए ने। और भाई तेरे मंगन दी वजह तो गली वालियां ने आक के सिगरेट छड़ दिते ने ते तू मजबूरन छड़ दिते ने। ओ यार आपस में उलझना बंद करो, ये बताओ आपका मसला क्या है? ओ अली भाई, एक तो कई सालों से इसने एक चवानी किराया नहीं बढ़ाया, ऊपर से फरमाइशें लेके आ जाता है। अब कहता है कि जी ऊपर 2 कमरे बना के दो, मैंने अपने बेटे का ब्याह करना है। तो इसमें गलत बात कौन सी है? मैंने वाकई अपने बड़े बेटे का ब्याह करना है। अब तो ब्याह करना है तुमने करना है ना अपने बड़े बेटे का। वो को तेरे बेटे का मामू नहीं लगता जो तुम्हें कमरे बनवा दे। एक मिनट ठहर जाओ बाबू जी, मैनू गल कर लैन दो। अली साहब मैंने इसको कहा है कि उत्ते पोर्शन बनवा दियो, वो भी मैनू किराए पे दे दियो, इसमें हर्ज क्या है? ओ जनाब मैं कहाँ से बनवा दूं पोर्शन, मेरे पास गुंजाइश नहीं है। अगर इसको बड़ा घर चाहिए तो इसको बोलें कि आप कहीं और घर ढूंढ दे। ये बात तो बिल्कुल ठीक है। अगर तुम्हारे लिए घर छोटा है तो कहीं और जाके बड़ा घर किराए पे ले लो, या ऐसा करो कि अपने बेटे को कहीं और किराए पे ले दो। ਹਾਂ शाबाश, तुहाडी गल मन के अपने जिगर दे टुकड़े नू अपनियां अखां तो दूर कर दिया, मैनू किस तरह नींदर आएगी? ਵਾਹ 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 ਵਾਹ। ਤੇ ਤੁਹਾਡਾ ਬੇਟਾ ਤੁਹਾਨੂੰ ਲੋਰੀ ਸੁਣਾਉਂਦਾ ਤੇ ਤੁਸੀਂ ਸੌਂਦੇ ਹੋ ਜੀ? ਜਾਂ ਤੁਹਾਡਾ ਮੰਜਾ ਕਿਸੇ ਹੋਰ ਕੋਲੋਂ ਡੱਠਦਾ ਨਹੀਂ? ਜਾਂ ਤੁਹਾਡਾ ਬੇਟਾ ਤੁਹਾਨੂੰ ਕਹਿੰਦਾ ਕਿ ਅੱਬੂ ਸੋ ਜਾਓ ਵਰਨਾ ਬਹੂ ਆ ਜਾਏਗਾ? ਤੁਹਾਨੂੰ ਫੇਰ ਨੀਂਦਰ ਆਂਦੀ ਏ? ਕਿਉਂ ਨਹੀਂ ਆਏਗੀ ਤੁਹਾਨੂੰ ਨੀਂਦਰ? ਸਰ ਜੀ ਮੈਂ ਤੈਨੂੰ ਇਹ ਵੀ ਰਿਕਵੈਸਟ ਕੀਤੀ ਹੈ ਕਿ ਮੇਰੇ ਮਕਾਨ ਦੀਆਂ ਪੁਰਾਣੀਆਂ ਦੀਵਾਰਾਂ ਕਮਜ਼ੋਰ ਨੇ, ਉਹ ਉੱਤੇ ਹੋਰ ਪੋਰਸ਼ਨ ਦਾ ਵਜ਼ਨ ਬਰਦਾਸ਼ਤ ਨਹੀਂ ਕਰ ਸਕਦੀਆਂ, ਲੇਕਿਨ ਨਾ ਜ਼ਿੱਦ ਕਰ ਗਿਆ, ਕਹਿੰਦਾ ਮੰਮੀ ਨਹੀਂ ਜਾਣਾ ਤੇ ਮੇਰਾ ਮੁੰਡਾ ਵੀ ਇੱਥੋਂ ਨਹੀਂ ਜਾਏਗਾ। ਲਓ ਇੱਕ ਹੋਰ ਨਵਾਂ ਬਹਾਨਾ। ਕੱਲ ਮੈਨੂੰ ਕਹਿ ਰਿਹਾ ਸੀ
ਕਿ ਮੇਰੇ ਕੋਲ ਪੋਰਸ਼ਨ ਬਣਾਉਣ ਵਾਸਤੇ ਪੈਸੇ ਨਹੀਂ ਹੈਗੇ। ਹੁਣ ਦੀਵਾਰਾਂ ਕਮਜ਼ੋਰ ਨਿਕਲ ਆਈਆਂ ਨੇ। ਚੱਲ ਯਾਰ ਬੜਾ ਦੇ ਇਹਨਾਂ ਨੂੰ ਪੋਰਸ਼ਨ, ਇਹ ਜਾਣੇ ਤੇ ਦੀਵਾਰਾਂ ਜਾਣਨ। ਉਹ ਭਾਈ ਜਾਨ, ਅੱਲਾ ਨਾ ਕਰੇ ਜੇ ਮਕਾਨ ਡਿੱਗ ਪਿਆ ਨਾ ਤੇ ਇਹਨਾਂ ਨੂੰ ਮਲਬੇ ਥੱਲੇੋਂ ਕੱਢਣ ਦੇ ਪੈਸੇ ਵੀ ਮੈਨੂੰ ਲਾਣੇ ਪੈਣੇ ਨੇ। ਓਏ ਇਸ ਗੱਲ ਦੀ ਫਿਕਰ ਨਾ ਕਰੋ ਤੂੰ, ਇਹਨਾਂ ਨੂੰ ਕੁਝ ਨਹੀਂ ਹੁੰਦਾ। ਅੱਲਾ ਮਾਫ ਕਰੇ ਜੇ ਐਸਾ ਟਾਈਮ ਆ ਵੀ ਗਿਆ ਨਾ ਮਕਾਨ ਡਿੱਗਣ ਦਾ, ਤੇ ਜਿੰਨੀ ਇਸ ਭਾਈ ਦੀ ਸਿਹਤ ਏ, ਇਹਨੇ ਛੱਤ ਥੱਲੇ ਹੱਥ ਰੱਖ ਕੇ ਤੇ ਕਹਿਣਾ ਚਲੋ ਏ ਬੱਚਿਓ ਨਿਕਲੋ ਏ, ਚਲੋ ਨਿਕਲੋ, ਚਲੋ ਸਮਾਨ ਕੱਢੋ, ਆ ਮੇਰੀ ਚਾਹ ਵੀ ਚੁੱਕ ਲਓ, ਜਾਓ ਚੁੱਕੋ। ਉਹਨੂੰ ਇਹ ਨਹੀਂ ਕਹਿ ਰਹੇ ਕਿ ਪੋਰਸ਼ਨ ਬਣਵਾ ਦੇ, ਬਦਦੁਆਵਾਂ ਦੇਣੀਆਂ ਸ਼ੁਰੂ ਕਰਤੀਆਂ ਨੇ। यार उसकी मर्जी है, वो घर का मालिक है, वो नहीं बनवा के देता ना बनवा के दे। ਐਵੇਂ ਉਹਦੀ ਮਰਜ਼ੀ ਹੈ, ਸਾਡਾ ਕੋਈ ਹੱਕ ਨਹੀਂ। ਅਸੀਂ ਇੰਨੀ ਦੇਰ ਦੇ ਉਸ ਘਰ ਦੇ ਚ ਰਹਿਣ ਡਏ। लो जी अली भाई साहब, इसकी नीयत से लगता है कि ये मेरे मकान पे कब्जा करेगा। ਕਬਜ਼ਾ ਗਰੁੱਪ, ਪੁਲਿਸ ਪੁਲਿਸ ਪੁਲਿਸ। ਠਹਿਰ ਜਾਓ ਭਾਈ ਜੀ, ਕਬਜ਼ਾ ਕਿਉਂ ਕਰਨਾ? 15-20 ਸਾਲ ਤੋਂ ਉਸ ਘਰ ਦੇ ਚ ਰਹਿਣ ਡਏ ਆ। ਸਾਡੀਆਂ ਉਸ ਘਰ ਦੇ ਚ ਬੜੀਆਂ ਯਾਦਾਂ ਨੇ। ਚਲੋ ਯਾਰ, ਇਹਦੀਆਂ ਉਸ ਘਰ ਦੇ 'ਚ ਯਾਦਾਂ ਨੇ। ਮਾਲਕ ਮਕਾਨ ਸਾਹਿਬ, ਇਹਨਾਂ ਕੋ ਤੁਸੀਂ ਅਹਿਸਾਸ ਕਰੋ। ਤੁਸੀਂ ਇੰਜ ਕਰੋ, ਉਸ ਮਕਾਨ ਦੀ ਨਾ ਜੀ ਕੋ ਪੌਣੇ ਕੁ ਘੰਟੇ ਦੀ ਸੀਡੀ ਬਣਵਾ ਕੇ ਇਹਨੂੰ ਦੇ ਦਿਓ। ਇਹ ਉਹਦੇ 'ਚ 2-3 ਗਾਣੇ ਵੀ ਪਵਾ ਲੇਗਾ, ਤੇ ਜਦੋਂ ਮਕਾਨ ਯਾਦ ਆਏਗਾ ਲਾ ਕੇ ਦੇਖ ਲਿਆ ਕਰੇਗਾ। यार एक मिनट, चौहान साहब, आपका इतना पुराना किराएदार है, अगर हो सकता है मैनेज तो बनवा दें एक और पोर्शन। वो जनाब कहाँ से बनवा दूं? मेरे पास नहीं है पैसे। हाँ, इसे कहें कि 5-6 साल सब्र करे, मैं पैसे जमा करके ऊपर पोर्शन बनवा दूंगा। ਉਹ 5-7 ਸਾਲਾਂ ਚ ਉਂਝ ਮੇਰੇ ਪੁੱਤਰ ਨੇ 40 ਸਾਲਾਂ ਦਾ ਹੋ ਜਾਣਾ ਹੈ। तो यार ये तो फिर बहुत अच्छी स्कीम है। 40 ਦੇ ਬਾਅਦ ਉਹ ਆਪ ਹੀ ਕਹਿ ਦੇਗਾ ਹੁਣ ਮੈਂ ਨਹੀਂ ਕਰਾਣਾ। ਉਹ ਚੌਹਾਨ ਸਾਹਿਬ ਦੇ ਵੀ ਪੈਸੇ ਬਚ ਜਾਣਗੇ ਤੇ ਤੇਰੇ ਵੀ ਬਚ ਜਾਣਗੇ। दीदी साहब, मैंने इसे कहा है कि तुम अपने पल्ले से पोर्शन बनवा लो और आहिस्ता आहिस्ता किराए में वो पैसे कटवाते जाना। ਉਹ ਮੈਂ ਕਿੱਥੋਂ ਬਣਵਾ ਲਾਂ? ਮੇਰੀ ਤੇ ਇੰਨੀ ਇਨਕਮ ਹੀ ਨਹੀਂ। यार तुम अपने किसी रिश्तेदार से उधार ले लो। अली साहब, इन्हों को बड़ा पैसा है, ये बलवाल दे फकीर है जे। क्या ये फकीर मांगने वाले? ਉਹ ਨਹੀਂ ਜੀ, ਇੱਕੋ ਹੀ ਮੇਰਾ ਭਰਾ ਜਿਹੜਾ ਸੌਖਾ ਹੈ ਨਾ, ਉਹ ਮੰਗਦਾ ਹੈ। 2 ਤੇ ਮਸਕੀਨ ਬੈਂਕ ਦੇ ਚ ਲੱਗੇ ਨੇ। तो वो जो सौखा है उससे मांग लो पैसे। ਉਹ ਸਰ ਜੀ, ਉਹਦੇ ਕੋਲ ਕਿੱਥੋਂ ਮੰਗ ਲਵਾਂ? ਉਹ ਆਪ ਮੰਗਦਾ ਹੈ। और तुम फिर ऐसे करो, तुम झोला मोढे पे डाल के ना तो उधर ही चले जाओ। ਉਹਦੇ ਨਾਲ ਫਿਰ 2 ਸਾਲ ਲਾ ਕੇ ਨਾ ਤੇ ਆके पोर्शन बना लो। यार तुम बहुत बेवकूफ आदमी हो। एक बंदा जो मालिक मकान है वो कह रहा है कि भाई मैं नहीं बना के दे सकता, आप उसका मकान खाली करके कहीं और जाके बड़ा मकान ले लो। बिल्कुल। अगर तुमने अपने बेटे की शादी करनी है और उसे छोड़ना भी नहीं है तो खुद भी शिफ्ट हो जाओ ना उसके साथ ही। ਸਰ ਜੀ, ਕਿਸ ਤਰ੍ਹਾਂ ਸ਼ਿਫਟ ਹੋ ਜਾਵਾਂ? ਮੈਂ ਇਹਦੇ ਘਰ ਦੇ ਉੱਤੇ ਪੈਸੇ ਲਾਏ ਨੇ। लो जी, इंजनी जी ने शिफ्ट होना, पुलिस बुलाओ। ਲਓ, ओ भाई तू मेरा घर वेला कर दे। ओ सर, कोई ना कोई नवी फरमाइश ही रखी हुंदी है। पिछले कई महीनों तो मेरे पीछे लगा है कि मैनू सोलर लवा के दे। ओ सर, मैं आप UPS लवाया, मैं इनू सोलर कित्थों लवा दियां? ਉਹ ਸਾਰੀ ਦੁਨੀਆ ਲਵਾ ਰਹੀ ਏ, ਤੂੰ ਕਿਉਂ ਨਹੀਂ ਲਵਾ ਰਿਹਾ? ਤੂੰ ਪੈਸੇ ਕਬਰ ਦੇ ਚ ਲੈ ਕੇ ਜਾਣੇ। यार कैसा ये ढीठ आदमी है। जी हाँ। भाई वो बंदा कह रहा है कि मेरे पास नहीं इतना सरमाया, इतना नहीं मेरे पास पैसा कि मैं लगवा दूं तुम्हें सोलर। वो खुद कह रहा है कि मेरे घर UPS लगा हुआ है, तो कहता क्यों नहीं लगा के दे रहे मैंने सोलर। ओ सर जी, हर साल 2 साल बाद मैनू कहना शुरू हो जाता है कि मैनू बाथरूम खुला करा के दे। ਓਏ ਆਹੋ, ਤਾਂ ਛੋਟਾ ਲੱਗਣ ਲੱਗ ਪੈਂਦਾ ਤਾਂ ਤੇ ਕਹੀਏ ਨਾ ਤੈਨੂੰ ਖੁੱਲਾ ਕਰਾ ਕੇ ਦੇ। ਉਹ ਬਾਥਰੂਮ ਹੀ ਖੁੱਲਾ ਕਰਾਈ ਜਾਂਦੇ ਆ, ਆਪ ਕਿਉਂ ਨਹੀਂ ਪਤਲਾ ਹੁੰਦਾ ਏ? ਆ ਜਿਹੜੇ 1-2 ਕੰਮ ਇਹਨੇ ਕਰਵਾਏ ਨੇ ਉਹ ਤੁਹਾਨੂੰ ਦੱਸੀ ਜਾ ਰਿਹਾ, ਜਿਹੜੇ ਮੈਂ ਕੰਮ ਕਰਾਉਣਾ ਉਹ ਨਹੀਂ ਦੱਸ ਰਿਹਾ। की करवाया है जी तुसी? ਆ ਪਿਛਲੇ ਵਿਹੜੇ ਦੇ ਵਿੱਚ ਕੱਪੜੇ ਸੁੱਕਣੇ ਪਾਉਣ ਵਾਲੀ ਰੱਸੀ ਮੈਂ ਨਹੀਂ ਬੰਨੀ। ਵਾਹ 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 ਵਾਹ। ਉਹ ਰੱਸੀ ਬੰਨਣ ਵਾਸਤੇ ਆਸਟ੍ਰੇਲੀਆ ਤੋਂ ਬੰਦੇ ਮੰਗਾਏ ਸਨ ਜੀ। ਜੀ ਅਸੀਂ ਆਪ ਬੰਨੀ ਹੈ, ਪਿਓ ਪੁੱਤਰਾਂ ਨੇ ਰਲ ਕੇ ਉਹ ਰੱਸੀ। ਤੁਸੀਂ ਉਹ ਰੱਸੀ ਨਾ ਬੰਨਦੇ ਤੇ ਗਲੀ ਵਾਲਿਆਂ ਨੇ ਤੁਹਾਨੂੰ ਉਸੇ ਰੱਸੀ ਨਾਲ ਬੰਨ ਦੇਣਾ ਸੀ। ਉਹ ਜਨਾਬ, ਗਲੀ 'ਚ ਮੰਜੀ ਵਿਛਾ ਕੇ ਤੇ ਉਹਦੇ ਤੇ ਕੱਪੜੇ ਸੁਕਾਉਂਦੇ ਸਨ ਤੇ ਆਂਦੇ ਜਾਂਦੇ ਬੰਦਿਆਂ ਨੂੰ ਉਸ ਮੰਜੀ ਕੋਲੋਂ ਪ੍ਰੋਬਲਮ ਹੁੰਦੀ ਸੀ। यार पहलवान, ये तो कोई काम नहीं है कि मैंने रस्सी बांधी थी। ਚਲੋ ਰੱਸੀ ਨੂੰ ਛੱਡੋ, ਬਰਾਮਦੇ ਦੇ ਵਿੱਚ ਐਡਾ ਮੋਰਾ ਸੀ, ਉਹਦੇ ਵਿੱਚ ਭੂੰਡਾ ਨੇ ਖੱਖਰ ਬਣਾਇਆ ਸੀ। ਪਹਿਲੇ ਓਡੀ ਇਜ਼ਤ ਦੇ ਨਾਲ ਉਹ ਖੱਖਰ ਕੱਢਿਆ, ਫਿਰ ਉਹ ਮੋਰਾ ਬੰਦ ਕਰਾਇਆ। ਇਹ ਕੋਈ ਕੰਮ ਨਹੀਂ। ਵਾਹ
ਵਾਹ ਵਾਹ ਵਾਹ ਉਹ ਮੋਰਾ ਬੰਦ ਕਰਾਉਣ ਚ ਕਿੰਨੀਆਂ ਟਰਾਲੀਆਂ ਇੱਟਾਂ ਦੀਆਂ ਲੱਗੀਆਂ ਨੇ ਨਹੀਂ ਜੀ, ਇੱਟਾਂ ਤੇ 2 ਹੀ ਲੱਗੀਆਂ ਨੇ, ਭੁੰਡਾਂ ਦਾ ਖੱਖਰ ਲਾਉਣਾ ਬਹੁਤ ਮੁਸ਼ਕਲ ਸੀ। ਵਾਹ 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 ਉਹਦੇ ਵਾਸਤੇ ਫਿਰ ਮਹੱਲੇ ਦੇ ਐਮਐਨ ਕੋਲੋਂ ਫੋਨ ਕਰਾਇਆ ਸਾਜੇ ਬੂਏ ਦੇ ਨਾਲ ਜਿਹੜੀ ਪਾਣੀ ਵਾਲੀ ਟੂਟੀ ਲੱਗੀ ਸੀ ਉਹ ਲੀਕ ਕਰਦੀ ਸੀ, ਉਹਦੀ ਇੱਕ ਤਤੀਰੀ ਇੱਧਰ ਜਾ ਰਹੀ ਸੀ, ਇੱਕ ਇੱਧਰ ਜਾ ਰਹੀ ਸੀ। ਮੈਂ ਆਪਣੇ ਵੱਡੇ ਭਰਾ ਦੇ ਘਰੋਂ ਟੇਪ ਲਿਆ ਕੇ ਉਹਦੇ ਉੱਤੇ ਚੜਾਈ ਏ। ਅੱਛਾ ਜਿਸ ਤਰ੍ਹਾਂ ਸ਼ੁਰੂ ਹੋਇਆ ਮੈਂ ਡਰ ਗਿਆ ਸਾਂ, ਮੈਂ ਕਿਹਾ ਉਹ ਕਹਿਣ ਲੱਗਾ ਕਿ ਮੈਂ ਆਪਣੇ ਵੱਡੇ ਭਰਾ ਨੂੰ ਲਿਆ ਕੇ ਟੂਟੀ ਦੀ ਥਾਂ ਲਾਇਆ ਹੈ। नाज़रीन, इसके साथ ही हम लेते हैं एक ब्रेक, मिलते हैं ब्रेक के बाद। फजूल आडा लगाया होता है उन्होंने सिर्फ इस वजह से कि ये लड़की है। उधर जो तो डॉक्टर आंदा है ना वड्डिया वड्डिया मुछां वाला ते फौरन ठीक हो के हाय हाय करन लग वरना वखरी कई विच मरीज बैड दे उत्ते लेटे भी आशिक जे बन के बैठे होंदे। अच्छा जी, अभी रवाज ट्रैफिक के अंदर आपको नजर आता है अब बढ़ता हुआ कि हमारी जो बच्चियां हैं, खवातीन, बेटियां, बहनें, वो अब स्कूटी चलाती हुई नजर आती हैं, मोटरसाइकिल चलाती हुई नजर आती हैं। गाड़ियां तो खैर चला ही रही थी, जी जी जी, अब काफी ज्यादा बच्चियां जो हैं वो स्कूटर पे जाती हुई नजर आती हैं। बहुत ज्यादा। हाँ जी, उसमें जरा मैं ये डिस्कस जरूर करना चाहता हूं कि अब हौसला कर रही हैं बच्चियां, तो मर्दों को भी हमें चाहिए कि उनका साथ दें। जी बिल्कुल। अभी तक तंग नजरी जो है ना वो मौजूद है। नहीं खत्म हो रही कि एक बच्ची जा रही है अगर तो उसे गाड़ी वाले साथ देख रहे हैं, या वो बेचारी जो है वो अगर इशारे पे खड़ी है तो सारों का ही मुंह उधर को हुआ हुआ है। हाँ जी बिल्कुल। वो बेचारी लगता है कि तमाशा लगा है, तो एक बच्ची है वो अपना सफर कर रही है। तो अब आप इजी हो जाएं इस तरफ से। बच्चियों ने अगर ये हिम्मत की है, कॉन्फिडेंस पैदा हुआ है उनमें, जी जी जी, वो बाहर निकलें खुद अपनी कन्वेंस पे, कन्वेंस पे। हाँ तो जी ये बड़ी अच्छी बात है यार। ये तो आपको वो सपोर्ट कर रही हैं, बिल्कुल सही। मुआशरे की तरक्की में वो आपको मदद कर रही हैं। जी हाँ। मतलब अब हमें अपनी सोच को, अपनी नजरों को बदलना चाहिए। और हमारे तो मजहब में है, जी हाँ। हमारे तो मजहब में ये हुक्म है। तो खवातीन आप तो देखें ना जी, सऊदी अरब में भी ड्राइविंग लाइसेंस बनने शुरू हो गए हैं खवातीन के। मैंने सुना है वहां पे पाबंदी थी, जी हाँ, औरत पाबंदी की थी। ड्राइविंग पे, मगर अब उन्होंने इजाजत दी है, चूंकि हो नहीं सकता इसके बगैर। अब जितनी आबादी बढ़ गई है और जिस कदर शदीद तेजी आ गई है जिंदगी में, उसमें अब सिर्फ मर्द जो है ना जी, वो सारे काम नहीं कर सकता। हाँ जी, ऐसे साथ खवातीन को साथ। और ये तो कोई ऐसी बात नहीं है ना कि अगर खवातीन बच्चों को स्कूल ले जा रही हैं या खवातीन अपने घर के काम कर रही। कामकाज जो हैं वो खुद कर लें, बिल्कुल। तो बड़ी अच्छी बात है। मर्द का टाइम बचेगा, वो अपनी जॉब पे मेहनत कर लेगा, अपने कारोबार की तरफ ज्यादा ध्यान दे लेगा। सही बात। तो खवातीन अगर बाहर आती हैं काम के लिए, तो भाई ये जरूरी नहीं है कि कोई खातून पुलिस ऑफिसर ही हो तो तुसी उत्थे ही बंदे बन के फिरो। हाँ आम जो बच्चियां हैं जो घरों की निकलती हैं कामकाज के लिए, उनको भी हमें इज्जत की निगाह से देखना चाहिए। देखना चाहिए बिल्कुल। और फिर खास तौर पे दफ्तरों में काम कर रही हैं, जब वो आ जाती हैं मोटर बाइक पे या गाड़ी पे अपने ऑफिस में, वहां दफ्तरों के अंदर भी अभी तक ये हालत है कि वो खवातीन बेचारियां सहमी हुई दफ्तर के अंदर अपनी जॉब ऐसे ही। अंजाम दे रही होती। जी 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 जी, अगर आप उनको कॉन्फिडेंस दें, जो साथ साथी हैं, को बेटा कहे या बहन कहे या कुछ ऐसा ना भी कहें इस तरह के लफ्ज यार, तो फिर भी पता चल जाता है खातून को हाँ जी, कि ये किस नजर से मुझे से देख। देख रहा है या क्या बात कर रहा है। हाँ, बेचारी डर जाती है खातून, जी जी जी, घबरा जाती है। ना भी घबराए तो पजल हो जाती है कि ये क्या बकवास है। जी जी जी, मैं काम के लिए बाहर आई हुई हूँ, मुझे जॉब करने दो अपनी, बिल्कुल। तो काम की बात करो जो करनी है। बिल्कुल। तो ये चीजें अब हमें खत्म करनी चाहिए। और फिर पब्लिक ट्रांसपोर्ट जो है उसमें भी ना जी अभी तक यही है कि खवातीन पब्लिक ट्रांसपोर्ट इस्तेमाल करते हुए भी बेचारी घबरा रही घबरा रही होती। अब देखें ना, बसों के अंदर, रेलगाड़ी के अंदर जी जी जी, बहुत से ऐसे वाकयात या ऐसे सीन, ऐसे मंजर आपको देखने को मिलते हैं कि कोई बहुत ही जाहिल सा बंदा, बेवकूफ आदमी
उसे ये अंदाज़ा ही नहीं होता कि ख़वातीन बैठी हुई हैं तो मैंने बैठना कैसे है। भाई एक ही डब्बे में अगर आप रेलगाड़ी के बैठे हुए हो सब है, हाँ जी। तो ख़वातीन भी उधर बैठी हुई हैं या कोई फैमिली बैठी हुई है, आपकी इधर कोई सीट आपको मिल गई है, तो आपको वैसे बैठना चाहिए जिस तरह आप ख़वातीन में बुरे ना लगें बैठे। हाँ। बिल्कुल बताया नहीं जाता, बताना चाहिए। हमारे जमाने में तो बड़े बताते थे हर चीज, अब लोगों के पास टाइम ही नहीं है, ना ओए बच्चों के पास ना उनके वालिदैन के पास। हाय हाय ये बच्चों को ये बातें ब्रीफ करनी चाहिए। ओहो यार, मुझे अच्छी तरह याद है कि अक्सर घरों में ये रवाज होता था। जी जी। अक्सर घरों में ये रवाज होता था कि अगर कोई ख़वातीन मेहमान आई हैं ना जी, हाँ जी। वो कोई मोहल्ले की ख़वातीन हैं, हमसाई हैं या कोई रिश्तेदार भी हैं, तो मर्द हजरात जो हैं, इन लड़के ख़ास तौर पे, वो अपने कमरों में घुस जाते थे, साइड पे हो दूसरी जाते साइड पे थे, हो जाते सलाम थे, करके बिल्कुल। बड़ी इज्जत के साथ हाँ जी। इधर उधर हो जाते थे बिल्कुल, कि भाई ख़वातीन बैठी हुई हैं, इनको इजी बैठने दे। हाँ जी। तो अब तो चले बहुत ज्यादा अवेयरनेस है, बड़ी जिद्दत आ गई है जी, बड़ा मॉडर्निज्म आ गया है, तो मगर मॉडर्निज्म का ये मतलब नहीं है कि आपके आंखों में शर्म हया ना हो, बिल्कुल आपके लफ्जों में, आपकी गुफ्तगू में शर्म हया शर्म ना है आना। होनी चाहिए। वो जरूर मलहूज खातिर रखनी चाहिए कि खातून की इज्जत कैसे करनी, बहुत अच्छी। वो लाजमन रहनी चाहिए। पब्लिक ट्रांसपोर्ट में भी, दफ्तरों के अंदर भी, सड़कों के ऊपर भी। जी जी। मैंने ये अक्सर देखा है कि आप कोई पुलिस ऑफिसर खातून के ऑफिस में देखे ना जी, जी जी तो वहाँ सारे मर्द ऐसे बैठे होते हैं, जी। फुल बंदे बन के। बिल्कुल। तो आम जो दफ्तर दूसरे हैं, प्राइवेट दफ्तर या वर्दी वाले दफ्तर नहीं है, तो वहाँ भी आपको अब उसी तरह सलूक करना चाहिए, ऐसे ही, हाँ जी। अपने मैनरिज्म उसी तरह अपना लेने चाहिए कि ख़वातीन जो हैं उनके सामने, उनके दरमियान हम किस तरह चलें फिरें, किस तरह उठें बैठें, बिल्कुल सही। जी जी। उसका ख्याल रखना चाहिए। पब्लिक ट्रांसपोर्ट में ख़ास तौर पे बिल्कुल ये मैं बात इसीलिए करना चाह रहा था कि मैंने एक रेलगाड़ी में इस तरह का मंजर देखा कि यार ये ख़वातीन बच्चियां बैठी हुई हैं, हाँ हाँ। तो ये मर्द हजरात जो हैं क्यों इस तरह गुफ्तगू ऐसी हंस हंस के और अजीब सी कर रहे हैं, अच्छा। फोश लफ्ज भी बोल रहे हैं। हाँ, कई जुल्फी वर्गे वहाँ मथन चक्रवर्ती बन जाते हैं। हाय हाय। जुल्फी का तो मत्था ही नहीं है, तो उसने मत्थन चक्रवर्ती कैसे बना? अस्पतालों में अजीजी ये नर्सें जो होती हैं, सिस्टर, मरीज उनको बड़ी बदतमीजी से बुलाते हैं। अब बिल्कुल सही कह रहा है ये गोगा। अस्पतालों के अंदर बेशुमार ऐसे मरीज होते हैं जो फजूल आडा लगाया होता है उन्होंने सिर्फ इस वजह से कि ये लड़की है। उधर जो डॉक्टर आंदा ना वड़िया वड़िया मुछां वाला ते फौरन ठीक हो के हाय हाय करन लग पे। वरना वखरी कई विच मरीज बेड दे उत्ते लेटे भी आशिक जे बन के बैठे होंदे। तो इस तरह की चीजें अब खत्म हो जानी चाहिए, हाँ जी। अब बस कर देना चाहिए। बस कर अब तो पूरी दुनिया के अंदर ख़वातीन जो हैं वो बाकायदा कौमों की तरक्की में बहुत बड़ा हिस्सा है बहुत ज्यादा, हाँ जी। हमारे यहाँ तो वैसे भी ख़वातीन ज्यादा हैं, 52% ख़वातीन हैं, जी तो आधी से ज्यादा आबादी अगर यहाँ पे ख़वातीन की है, जी। तो अगर वो आपके जिंदगी के मामलात में आपका साथ नहीं देगी तो फिर तो खजलते होनी नहीं। हाय। तो अगर हम ख़वातीन को इतना कॉन्फिडेंस दे दें, इतना उनको वेलकम कर लें इस तरह का, क्या है करें काम, तो भाई आपकी जो रफ्तार है तरक्की की वो बढ़ सकती है। बिल्कुल। हले तो वैसे तरक्की की राह पैण ही नहीं डे। हाय। अगर वो उसे आप कॉन्फिडेंस देंगे औरत को तो बहुत अच्छा आप रिजल्ट देखेंगे। हमारी शादी ब्याहों में औरतें इजी होती हैं और बड़ी हंसी खुशी फिर रही होती हैं, हाँ जी। बाकी हर जगह वो तंग ही होती हैं बेचारी, बिल्कुल बिल्कुल सहमी हुई फिर रही होती है। सहमी हुई फिरती हैं। मेरा मतलब है जिस तरह घर में ख़वातीन बैठी होती हैं या आपस में ख़वातीन बैठी होती हैं, इसी तरह मर्दों में भी उनको फिरना चाहिए बिल्कुल बिल्कुल। इजी होके कॉन्फिडेंस के साथ। और हमें भी ये ख्याल करना चाहिए कि हमारी अपनी भी माएँ बहनें बेटियाँ होती बिल्कुल। हैं, उन्होंने भी बाहर जाना होता है। बिल्कुल। अगर हम खुद ये रवाज डालेंगे औरत की इज्जत करने का तो फिर ही पड़ेगा ना जी। ऐसे ही अगर हम खुद इस रवाज में नहीं हिस्सा लेंगे तो फिर किस तरह होगा ये सारा। अगर ऐसा हो जाएगा तो हम मर्दों की टेंशन भी ख़त्म हो सकती है अजीजी साहब, कि अगर घर वाले रात को 2 बजे भी कोई बच्ची बहन बाहर गई हो या तो यकीन होगा
टेंशन नहीं होगी कि वो सेफ नहीं है। हाँ, मैं वही तो अर्ज करना चाह रहा हूँ ना जी कि उसको सेफ महसूस होना चाहिए, सेफ्टी महसूस होनी चाहिए। इसमें अजीज़ी एक बड़ा अहम किरदार कानून का है और कानून नाफिज करने वाले इदारों का है कि अगर ऐसी कानून साजी की जाए और कानून साजी के बाद जब कानून नाफिज करने वाले इदारे हैं उस पर जो उनकी तरफ से कार्रवाई जो होती है उसमें किसी किस्म की हमें तफरीक नजर ना आए तो खवातीन भी बेहतर महसूस करेंगी, कॉन्फिडेंट महसूस करेंगी। हाँ जी, हाँ जी। हाँ जी, कवानीन भी बिल्कुल ठीक है आपकी बात कि सख्त से सख्त बनने चाहिए और साथ औरत को एजुकेट भी करना चाहिए, तालीम याफ्ता भी उसे बनाना चाहिए। बिल्कुल। नाज़रीन, इसके साथ ही आज के प्रोग्राम हस्बे हाल का वक्त खत्म हुआ चाहता है। मुझे अली मुमताज़ को दीजिए इजाज़त। अल्लाह निगहबान।